ਹੁਣ ਪੰਜਾਬੀ ਡਿਵੈਲਪਮੈਂਟ ਵਿੱਚ ਇਸ ਦੇ ਸਰਕਾਰ ਵੱਲੋਂ ਫੰਡ ਰੋਕ ਦਿੱਤੇ ਗਏ ਨੇ, ਕੋਈ ਫੰਡ ਨਹੀਂ ਮਿਲ ਰਹੇ ਕਿ ਜੋ ਸਰਕਾਰਾਂ ਨੇ ਪੰਜਾਬੀ ਮਾਂ ਬੋਲੀ ਦੇ ਐਂਟੀ ਚੱਲਦੀਆਂ ਨੇ, ਉਸ ਨੂੰ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਨਹੀਂ ਕਰਨਾ ਚਾਹੁੰਦੀਆਂ ਜਾਂ ਭਾਸ਼ਾ ਦੇ ਖਿਲਾਫ ਚੱਲਦੇ ਪਏ ਨੇ ਪੰਜਾਬ ਦੇ ਵਿੱਚ ਹੀ। ਪਟਿਆਲਾ ਸ਼ਹਿਰ ਦੇ ਵਿੱਚ ਐਂਟਰੈਂਸ ਦੇ ਉੱਤੇ ਮੈਂ ਕਿ ਵੈਲਕਮ ਲਿਖਣਾ ਹੈ, ਜੀ ਆਇਆਂ ਨਹੀਂ ਲਿਖਿਆ ਜਾ ਸਕਦਾ। ਇਹ ਅਸਲ 'ਚ ਸਰਕਾਰ ਦੀ ਨੀਤ ਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਹੈਗੀ ਆ ਅਦਾਨੀ ਅੰਬਾਨੀਆਂ ਨੂੰ ਵੇਚੀ ਬਾਦਲਾਂ ਵੱਲੋਂ, ਕੀ ਬਿਲਕੁਲ ਸੱਚ ਹੈ? ਇਸ ਗੱਲ ਲਈ ਜਾਂ ਤਾਂ ਉਹ ਕੋਈ ਸਰਕਾਰੀ ਕਾਗਜ਼ ਪੱਤਰ ਜਾਰੀ ਕਰਨ, ਦਿਖਾਣ ਕਿ ਆਹ ਕਾਗਜ਼ ਪੱਤਰ ਆ ਜਿਸ ਦਿਨ ਬਾਦਲ ਇਸ ਯੂਨੀਵਰਸਿਟੀ ਨੂੰ ਵੇਚ ਰਹੇ ਸੀਗੇ। ਵਾਈਸ ਚਾਂਸਲਰ ਤੇ ਕੋਈ ਦਬਾਅ ਹੁੰਦਾ ਜੇ ਸਰਕਾਰੀ ਦਬਾਅ ਪਾਇਆ ਜਾ ਸਕਦਾ? ਸਰਕਾਰ ਦੀ ਦਖਲਅੰਦਾਜ਼ੀ ਐ ਨਹੀਂ ਹੁੰਦੀਗੀ ਕਿ ਬਿਲਕੁਲ ਹੀ ਨਾ ਹੋਵੇ, ਇਹ ਵੀ ਝੂਠ ਬੋਲਣ ਵਾਲੀ ਗੱਲ ਹੈ। ਅਕਾਲੀ ਦਲ ਨੇ ਵੀ ਫੰਡ ਦਿੱਤੇ, ਕਾਂਗਰਸ ਨੇ ਫੰਡ ਦਿੱਤੇ, ਕਿ ਇਹਨਾਂ ਦੋਨਾਂ ਸਰਕਾਰਾਂ ਦਾ ਯੂਨੀਵਰਸਿਟੀ ਲੈ ਕੇ ਹਮੇਸ਼ਾ ਹੀ ਹਾਂ ਪੱਖੀ ਦੌੜਦੇ ਆ, ਪੋਜ਼ਿਟਿਵ ਹੀ ਰਿਹਾ ਇਹਨਾਂ ਦਾ। ਨਹੀਂ, ਹਾਂ ਪੱਖੀ ਤਾਂ ਹੁਣ ਦਿਖੀ ਜਾਂਦਾ ਕਿ ਜੇ ਅੱਜ 2 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੇਗੀ ਤਾਂ ਇਹ ਮੈਂ ਕਿ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੋਵੇ, ਇਹ ਮੈਂ ਕਿ ਮਹਾਰਾਣੀ ਦਾ ਹਲਕਾ ਹੋਵੇ, ਭਾਵ MP ਦਾ ਹਲਕਾ ਹੋਵੇ, ਤਾਂ ਉਸ ਹਾਲਤ ਦੇ ਵਿੱਚ ਜੇ ਇੱਕ ਅਦਾਰੇ ਦੇ ਵਿੱਚ 2 ਮਹੀਨੇ ਮੈਂ ਕਿ ਬੰਦਿਆਂ ਨੂੰ ਤਨਖਾਹ ਤੇ ਪੈਨਸ਼ਨਾਂ ਨਾ ਮਿਲ ਰਹੀਆਂ ਹੋਣ, ਫਿਰ ਸਰਕਾਰ ਦਾ ਹਾਂ ਪੱਖੀ ਕਿਵੇਂ ਕਹੀਏ? ਯੂਨੀਵਰਸਿਟੀ ਦੇ ਵਿੱਚ ਟੀਚਿੰਗ ਤੇ ਨੌਨ ਟੀਚਿੰਗ ਜੋ ਲਗਾਏ ਗਏ ਨੇ ਵਿਅਕਤੀ 50% ਕੀ ਸਰਕਾਰ ਦੀ ਸਿਫਾਰਿਸ਼ ਨਾਲ ਲਗਾਏ ਗਏ ਨੇ। ਬਿਨਾਂ ਸ਼ੱਕ ਮੈਂ ਕਿ ਇਹ ਨਹੀਂ ਮੈਂ ਕਹਿੰਦਾ ਕਿ ਸਿਫਾਰਿਸ਼ਾਂ ਨਹੀਂ ਆਉਂਦੀਆਂ, ਸਿਫਾਰਿਸ਼ਾਂ ਆਉਂਦੀਆਂ ਹੋਣਗੀਆਂ, ਉਹਨਾਂ ਨੂੰ ਮੈਨੇਜ ਵੀ ਹੁੰਦਾ, ਪਰ ਵਿਦਿਨ ਇੱਕ ਲਿਮਿਟਸ ਹੁੰਦੀ ਹੈ। VC ਰਹਿ ਚੁੱਕੇ ਨੇ ਯੂਨੀਵਰਸਿਟੀ ਦੇ ਬੋਪਰਾਏ, ਉਹ ਤਾਂ ਕਹਿੰਦੇ ਨੇ ਕਿ ਬੇਲੋੜੀਆਂ ਭਰਤੀਆਂ ਹੋਈਆਂ ਨੇ, ਉਸ ਨੂੰ ਲੈ ਕੇ ਯੂਨੀਵਰਸਿਟੀ ਦਾ ਬੇੜਾ ਗਰਕ ਹੋ ਗਿਆ। ਯੂਨੀਵਰਸਿਟੀ ਤਾਂ ਖਾਲੀ ਹੋਈ ਪਈ ਤੇ ਕਿਹਾ ਜਾ ਰਿਹਾ ਹੈਗਾ ਕਿ ਉੱਥੇ ਬਹੁਤ ਭਰਤੀ ਆ, ਬਹੁਤ ਭਰਤੀ ਹੈ। ਭਰਤੀਆਂ ਨਹੀਂ ਹੋਈਆਂ ਬੇਲੋੜੀਂਦਾ, ਫਿਰ ਸੰਕਟ ਕਿਉਂ ਹੈ? ਵਿੱਤੀ ਸੰਕਟ ਕਿਉਂ ਆ ਰਿਹਾ ਯੂਨੀਵਰਸਿਟੀ ਤੇ? ਯੂਨੀਵਰਸਿਟੀ ਨੂੰ ਸਰਕਾਰ ਗ੍ਰਾਂਟ ਦਿੰਦੀ ਹੈ, ਜਦੋਂ ਸਰਕਾਰ ਨੇ ਲਗਾਤਾਰ ਗ੍ਰਾਂਟ ਘਟਾਈ ਤਾਂ ਲਗਾਤਾਰ ਗ੍ਰਾਂਟ ਘਟਾਉਣ ਕਾਰਨ ਸੰਕਟ ਪੈਦਾ ਹੋਇਆ। ਇੱਕ ਨੌਜਵਾਨ PhD ਕਰਦਾ ਹੈ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਪੰਜਾਬੀ ਯੂਨੀਵਰਸਿਟੀ 'ਚ 35-40 ਹਜ਼ਾਰ ਦੇ ਆਸ-ਪਾਸ ਜਾਂ ਉਸ ਤੋਂ ਵੱਧ ਪੈਸੇ ਲੱਗਦੇ ਨੇ। ਜਦੋਂ ਪਾਸ ਆਊਟ ਹੋ ਜਾਂਦਾ ਉਸ ਤੋਂ ਜਾਂ ਰਿਸਰਚ ਦੀ ਗੱਲ ਕਰ ਲਈਏ, ਰਿਸਰਚ ਵੀ ਇੱਥੇ ਕੋਈ ਵਿਅਕਤੀ ਕਰਦੇ ਨੇ, ਪਾਸ ਆਊਟ ਹੋ ਜਾਂਦੇ ਨੇ, ਉਸੇ ਵਿਅਕਤੀ ਨੂੰ ਬਾਅਦ 10-10 ਹਜ਼ਾਰ ਨੌਕਰੀ ਮਿਲਦੀ ਹੈ। ਤਾਂ ਲੱਗਦਾ ਇਹ ਵੀ ਤਰਾਸਦੀ ਇੱਕ। ਉਹਦੀ ਹਾਲਤ ਬਹੁਤ ਹੀ ਤਰਸਯੋਗ ਹੈਗੀ ਆ, ਤੇ ਇਹ ਤਰਸਯੋਗ ਜਿਹੜੀ ਹਾਲਤ ਆ ਸਿੱਟੇ ਵਜੋਂ ਉਹ ਨਾ ਪੜ੍ਹਾ ਸਕਦਾ ਚੰਗੀ ਤਰ੍ਹਾਂ, ਨਾ ਰਿਸਰਚ ਕਰ ਸਕਦਾ, ਨਾ ਹੀ ਆਪਦੀ ਚੰਗੀ ਜ਼ਿੰਦਗੀ ਜੀ ਸਕਦਾ। ਨਿਸ਼ਚੈ ਹੀ ਨਿਰਾਸ਼ਾ ਦਾ ਆਲਮ ਆ। ਇਹ ਪੰਜਾਬ ਦੇ ਵਿੱਚ ਜੇ ਨਵੀਂ ਸਿੱਖਿਆ ਪ੍ਰਣਾਲੀ ਆਂਦੀ ਹੈ ਤਾਂ ਉਸ ਦੇ ਤਹਿਤ ਜਿਹੜੀ ਪੇਂਡੂ ਖੇਤਰ ਦੇ ਕਾਲਜ ਨੇ ਪੰਜਾਬ ਦੇ, ਜਿਹੜੇ ਪਿੰਡ ਦੇ ਲੋਕ ਜਾਂਦੇ ਨੇ, ਉਹ ਬੰਦ ਹੋ ਜਾਣਗੇ। ਇਹ ਗੱਲ ਸਹੀ ਹੈ? ਇਹ ਕਾਲਜ ਜੇ ਹੋਊਗਾ ਤਾਂ ਉਹਦੀ 3000 ਸਟਰੈਂਥ ਚਾਹੀਦੀ ਹੈ। ਸਾਡੇ ਤਾਂ ਇਹੋ ਜਿਹੇ ਵੀ ਕਾਲਜ ਹੈਗੇ ਆ ਜਿਹਦੇ ਵਿੱਚ ਕਿਸੇ 'ਚ 250 ਬੱਚਾ ਹੈ, ਕਿਸੇ 'ਚ 300 ਬੱਚਾ ਹੈ, ਕਿਸੇ 'ਚ 1000 ਬੱਚਾ। ਬੰਦ ਹੋਣਗੇ ਫਿਰ ਤਾਂ ਸਾਰੇ? ਬੰਦ ਹੋਣਗੇ, ਨਿਸ਼ਚੈ ਹੀ ਬੰਦ ਹੋਣਗੇ। ਇਹ ਗੱਲ ਸੱਚੀ ਹੈ ਕਿ ਬੰਦ ਹੋਣਗੇ। ਸੰਸਕ੍ਰਿਤ ਨੂੰ ਪੂਰੇ ਭਾਰਤ ਵਿੱਚ ਜ਼ਿਆਦਾ ਪ੍ਰਫੁੱਲਿਤ ਕੀਤਾ ਜਾਊਗਾ, ਸੰਸਕ੍ਰਿਤ ਭਾਸ਼ਾ ਨੂੰ ਜ਼ਿਆਦਾ ਪੜ੍ਹਾਇਆ ਜਾਊਗਾ ਤੇ ਸੂਬੇ ਦੀ ਅਲੱਗ-ਅਲੱਗ ਭਾਸ਼ਾਵਾਂ ਜਿਹੜੀਆਂ ਹੈਗੀਆਂ ਨੇ ਉਸ ਨੂੰ ਮਾਰ ਦਿੱਤਾ ਜਾਊਗਾ। ਸੰਸਕ੍ਰਿਤ ਦੇ ਬਾਰੇ ਜ਼ਰੂਰ ਕੁਝ ਪਹਿਰੇ ਨੇ ਕਿ ਇਹਨੂੰ ਅਸੀਂ ਵਧੇਰੇ ਪ੍ਰਫੁੱਲਿਤ ਕਰਾਂਗੇ। ਸੰਸਕ੍ਰਿਤ ਪ੍ਰਫੁੱਲਿਤ ਕਿੰਨਾ ਮਰਜ਼ੀ ਪੈਸਾ ਲਾ ਦੇਣ, ਜਿੰਨਾ ਮਰਜ਼ੀ ਕਰੀ ਜਾਣ, ਉਹ ਹੋਣੀ ਨਹੀਂ, ਕਿਉਂਕਿ ਉਹ ਡੈਡ ਲੈਂਗੁਏਜ ਆ, ਇਹ ਹੋਣਾ ਨਹੀਂ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਲੰਮੇ ਸਮੇਂ ਤੋਂ ਹੀ ਚਰਚਾ ਦੇ ਵਿੱਚ ਰਹੀ ਹੈ। ਜਦੋਂ ਬਾਕੀ ਯੂਨੀਵਰਸਿਟੀਆਂ ਲੱਖਾਂ ਕਰੋੜਾਂ ਰੁਪਏ ਕਮਾ ਰਹੇ ਸੀ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਤੇ ਲਗਾਤਾਰ ਪੈਸਿਆਂ ਦਾ ਬੋਝ ਪੈਂਦਾ ਜਾ ਰਿਹਾ ਸੀ। ਇਸ ਦਾ ਕੀ ਕਾਰਨ ਹੈ? ਜਾਂ ਸਰਕਾਰਾਂ ਦੀਆਂ ਕਮੀਆਂ ਰਹੀਆਂ ਨੇ, ਜਾਂ ਸਰਕਾਰਾਂ ਨੇ ਕਈ ਬੰਦੇ ਜਾਂ ਕਈ ਵਿਅਕਤੀ ਆਪਣੇ ਕਹਿਣ ਉੱਤੇ ਫਿੱਟ ਕੀਤੇ ਗਏ ਨੇ। ਪ੍ਰਾਈਵੇਟ ਯੂਨੀਵਰਸਿਟੀਆਂ ਦਾ ਵੀ ਦੌਰ ਸ਼ੁਰੂ ਹੁੰਦਾ ਹੈ, ਲਗਾਤਾਰ ਕਰੋੜਾਂ ਵਿੱਚ ਜਾਂਦੀਆਂ ਨੇ, ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ ਹੈ ਉਹ ਲਗਾਤਾਰ ਹੀ ਘਾਟੇ ਵਿੱਚ ਜਾਂਦੀਆਂ ਨੇ। ਸਾਡੇ ਨਾਲ ਮੌਜੂਦ ਨੇ ਡਾਕਟਰ ਰਜਿੰਦਰ ਸਿੰਘ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੇ ਸਮੱਸਿਆ ਆਉਂਦੀ ਹੈ। ਐਜੂਕੇਸ਼ਨ ਵੱਲੋਂ ਗੱਲ ਕਰੀਏ, ਪੜ੍ਹਾਈ ਵੱਲੋਂ ਗੱਲ ਕਰੀਏ, ਕਿੱਥੇ ਸਮੱਸਿਆ ਆਉਂਦੀ ਹੈ ਕਿ ਸਾਡੇ ਅਦਾਰੇ ਹੁਣ ਅੱਗੇ ਜਾ ਕੇ ਜੇ ਪ੍ਰਾਈਵੇਟ ਹੋਣਗੇ ਕਿ ਬੱਚੇ ਉੱਥੇ ਪੜ੍ਹ ਪਾਉਣਗੇ। ਹਜ਼ਾਰਾਂ ਲੱਖਾਂ ਰੁਪਈਆਂ ਦੇ ਵਿੱਚ ਡਿਗਰੀਆਂ ਕਰਕੇ ਬੱਚੇ ਅੱਜ 10-10 ਹਜ਼ਾਰ ਤੇ ਨੌਕਰੀਆਂ ਕਰ ਰਹੇ ਨੇ। ਇਸ ਉੱਪਰ ਵੀ ਚਰਚਾ ਕਰਾਂਗੇ। ਸਾਡੇ ਨਾਲ ਮੌਜੂਦ ਨੇ ਡਾਕਟਰ ਰਜਿੰਦਰ ਸਿੰਘ ਬਰਾੜ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਵਾਹਿ ਖਾਲਸਾ ਵਾਹਿ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਜਿਸ ਕੇ ਪਹਿਲਾਂ ਹੀ ਮੈਂ ਸ਼ੁਰੂਆਤ ਕੀਤੀ ਹੈ ਕਿ ਲੱਖਾਂ ਰੁਪਏ, ਲੱਖਾਂ ਕਰੋੜਾਂ ਰੁਪਏ ਪ੍ਰਾਈਵੇਟ ਯੂਨੀਵਰਸਿਟੀਆਂ ਕਮਾਉਂਦੀਆਂ ਰਹੀਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਆਰਥਿਕ ਸੰਕਟ ਹਮੇਸ਼ਾ ਹੀ ਰਿਹਾ। ਅੱਜ ਦਾ ਦੌਰ ਦੇਖ ਲਈ, ਅੱਜ ਵੀ ਉਸ ਤਰੀਕੇ ਨਾਲ ਚਰਚਾ ਬਣੀ ਰਹਿੰਦੀ ਹੈ। ਅੱਜ ਵੀ ਆਰਥਿਕ ਸੰਕਟ ਚੱਲਦਾ ਪਿਆ। ਤੇ ਦੂਸਰੇ ਪਾਸੇ VC ਦੀ ਗੱਲ ਕਰੀਏ ਕਿ ਸਾਰੀ ਜ਼ਿੰਮੇਵਾਰੀ VC ਦੀ ਬਣਦੀ ਹੈ ਇਸ ਸੰਕਟ ਵਿੱਚ ਲਿਆਉਣ ਲਈ, ਜਾਂ ਸਰਕਾਰ ਵੀ ਜ਼ਿੰਮੇਵਾਰ ਨੇ?
ਇਹਦੇ ਵਿੱਚ ਬੁਨਿਆਦੀ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਤੇ ਸਰਕਾਰ ਵੀ ਕਿਹਾ ਜਾ ਸਕਦਾ ਹੈ ਕਿ ਇਹ ਅੱਜ ਦੀ ਜ਼ਿੰਮੇਵਾਰ ਨਹੀਂ, ਇਹ ਕੇਂਦਰ ਸਰਕਾਰ ਜ਼ਿੰਮੇਵਾਰ ਆ, ਰਾਜ ਸਰਕਾਰ ਜ਼ਿੰਮੇਵਾਰ ਆ। ਕਿਉਂ ਜ਼ਿੰਮੇਵਾਰ ਆ? ਕਿਉਂਕਿ ਬੁਨਿਆਦੀ ਕਾਰਨ ਉਹਦਾ ਇਹ ਕਿ ਜਿਹੜੀ ਇੱਕ ਵੈਲਫੇਅਰ ਸਟੇਟ ਹੁੰਦੀ ਆ, ਸਿਹਤ ਤੇ ਸਿੱਖਿਆ ਉਹਦੀ ਬੁਨਿਆਦੀ ਜ਼ਿੰਮੇਵਾਰੀ ਹੁੰਦੀ ਆ। ਇਹ ਜ਼ਿੰਮੇਵਾਰੀ ਨਿਭਾਈ ਇਸੇ ਕਰਕੇ ਹੀ ਵਿਗਿਆਨ ਦੇ ਵਿੱਚ ਤੇ ਦੂਸਰੇ ਖੇਤਰਾਂ ਵਿੱਚ ਦੇਸ਼ ਨੇ ਇੰਨੀ ਉੱਨਤੀ ਕੀਤੀ। ਪਿਛਲੇ ਕੁਝ ਸਮੇਂ ਤੋਂ ਜਦੋਂ ਤੋਂ ਨਿੱਜੀਕਰਨ ਦਾ ਦੌਰ ਸ਼ੁਰੂ ਹੋਇਆ ਉਦੋਂ ਤੋਂ ਇੱਕ ਗੱਲ ਕਹੀ ਜਾਣ ਲੱਗ ਪਈ, ਇਹ ਗੱਲ ਗਲਤ ਕਹੀ ਜਾਣ ਲੱਗ ਪਈ ਕਿ ਉਚੇਰੀ ਸਿੱਖਿਆ ਜਿਹੜੀ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪ ਦਿੱਤੀ ਜਾਵੇ। ਉਸ ਦੇ ਸਿੱਟੇ ਵਜੋਂ ਕੇਂਦਰ ਸਰਕਾਰ ਨੇ ਆਪਣੀ ਗ੍ਰਾਂਟ ਵੀ ਘਟਾ ਦਿੱਤੀ ਤੇ ਪੰਜਾਬ ਸਰਕਾਰ ਨੇ ਵੀ ਗ੍ਰਾਂਟ ਘਟਾ ਦਿੱਤੀ। ਜਦੋਂ ਪੰਜਾਬ ਸਰਕਾਰ ਨੇ ਗ੍ਰਾਂਟ ਲਗਾਤਾਰ ਘਟਾਈ ਗਈ ਤਾਂ ਉਹਦੇ ਕਰਕੇ ਇਹ ਵਿੱਤੀ ਸੰਕਟ ਦੇ ਵਿੱਚ ਫਸ ਗਈ। ਇਸ ਕਰਕੇ ਨਹੀਂ ਕਿ ਯੂਨੀਵਰਸਿਟੀਆਂ ਕਦੇ ਵੀ ਕੋਈ ਕਮਾਈ ਵਾਲਾ ਅਦਾਰਾ ਨਹੀਂ ਹੁੰਦੀਆਂ ਗੀਆਂ। ਇਸ ਤਰ੍ਹਾਂ ਦਾ ਮੈਂ ਕਿ ਜੇ ਤੁਸੀਂ ਸੋਚੋ ਤਾਂ ਫੌਜ ਸਾਨੂੰ ਕੀ ਕਮਾ ਕੇ ਦਿੰਦੀ ਆ? ਉਹ ਸਾਨੂੰ ਸੁਰੱਖਿਆ ਦਿੰਦੀ ਆ, ਨਾ ਕਿ ਫੌਜ ਕੋਈ ਸਾਨੂੰ ਕਮਾ ਕੇ ਦਿੰਦੀ ਆ। ਜੱਜ ਸਾਨੂੰ ਕੀ ਕਮਾ ਕੇ ਦਿੰਦੇ ਆ? ਬੁਨਿਆਦੀ ਤੌਰ ਤੇ ਗੱਲ ਇਹ ਆ ਕਿ ਜੱਜ ਸਾਨੂੰ ਨਿਆਂ ਦਿੰਦੇ ਆ। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਵਿੱਚੋਂ ਕਮਾਈ ਸ਼ਬਦ ਹੀ ਵਰਤਣਾ ਜਾਂ ਕਮਾਈ ਸ਼ਬਦ ਹੀ ਕਹਿਣਾ ਬਿਲਕੁਲ ਗਲਤ ਗੱਲ ਆ, ਕਿਉਂਕਿ ਇੱਥੇ ਆਪਣੇ ਨਾਗਰਿਕਾਂ ਨੂੰ ਸਿਆਣੇ ਬਣਾਉਣਾ ਹੁੰਦਾ, ਉਹਨਾਂ ਨੂੰ ਜ਼ਿੰਮੇਵਾਰ ਸ਼ਹਿਰੀ ਬਣਾਉਣਾ ਹੁੰਦਾ। ਇਸ ਲਈ ਸਿੱਖਿਆ ਦਿੱਤੀ ਜਾਂਦੀ ਹੈ, ਨਾ ਕਿ ਕਮਾਈਆਂ ਕਰਨ ਲਈ ਦਿੱਤੀ ਜਾਂਦੀ ਹੈ। ਯੂਨੀਵਰਸਿਟੀਆਂ ਕੋਈ ਕਮਾਈ ਦਾ ਅਦਾਰਾ ਹੁੰਦੀਆਂ ਹੀ ਨਹੀਂ। ਇਹ ਕਨਸੈਪਟ ਹੀ ਗਲਤ ਹੈ, ਸੰਕਲਪ ਹੀ ਗਲਤ ਆ। ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਤੇ ਗਰੀਬ ਬੱਚਿਆਂ ਨੂੰ, ਦਲਿਤ ਬੱਚਿਆਂ ਨੂੰ, ਪੇਂਡੂ ਕੁੜੀਆਂ ਨੂੰ ਬਿਲਕੁਲ ਲਵਾਰਸ ਛੱਡ ਰਹੀ ਹੈ ਕਿ ਉਹ ਅਨਪੜ੍ਹ ਰਹਿ ਜਾਣ, ਉਹ ਪੜ੍ਹ ਨਾ ਸਕਣ, ਉਹ ਸਮਾਜ ਬਾਰੇ ਨਾ ਜਾਣ ਸਕਣ, ਜ਼ਿੰਦਗੀ ਦੇ ਵਿੱਚ ਅੱਗੇ ਨਾ ਵੱਧ ਸਕਣ। ਸਾਬਕਾ ਯੂਨੀਵਰਸਿਟੀ ਚਾਂਸਲਰ ਕਹਿ ਲਈਏ, ਵੀਸੀ ਰਹਿ ਚੁੱਕੇ ਨੇ ਯੂਨੀਵਰਸਿਟੀ ਦੇ ਬੋਪਰਾਏ, ਉਹ ਤਾਂ ਕਹਿੰਦੇ ਨੇ ਕਿ ਬੇਲੋੜੀਆਂ ਭਰਤੀਆਂ ਹੋਈਆਂ ਨੇ, ਉਸ ਨੂੰ ਲੈ ਕੇ ਹੀ ਯੂਨੀਵਰਸਿਟੀ ਦਾ ਬੇੜਾ ਗਰਕ ਹੋ ਗਿਆ। ਬਿਲਕੁਲ ਉਹਨਾਂ ਨੇ ਇਹ ਗਲਤ ਗੱਲ ਕਹੀ ਹੈਗੀ ਆ, ਕਿਉਂਕਿ ਉਹ ਵਾਈਸ ਚਾਂਸਲਰ ਨੇ। ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਬੋਲਣੀਆਂ ਹੀ ਨਹੀਂ ਚਾਹੀਦੀਆਂ ਸੀ ਜਿਨ੍ਹਾਂ ਗੱਲਾਂ ਦਾ ਤੱਥਾਂ ਦੇ ਆਧਾਰ ਤੇ ਕੋਈ ਉਹਦਾ ਹੱਲ ਨਾ ਹੋਵੇ। ਤੁਸੀਂ ਜਰਨਲਿਜ਼ਮ ਨਾਲ ਸੰਬੰਧ ਰੱਖਦੇ ਆ, ਜਰਨਲਿਜ਼ਮ ਦੇ ਵਿੱਚ ਕਿਸੇ ਸਮੇਂ ਪੰਜਾਬੀ ਡਿਪਾਰਟਮੈਂਟ ਦੇ ਵਿੱਚ, ਜਰਨਲਿਜ਼ਮ ਦੇ ਡਿਪਾਰਟਮੈਂਟ ਦੇ ਵਿੱਚ, ਪੋਲੀਟੀਕਲ ਸਾਇੰਸ ਦੇ ਡਿਪਾਰਟਮੈਂਟ ਦੇ ਵਿੱਚ ਟੀਚਰ ਹੁੰਦੇ ਸੀ। ਅੱਜ ਦੇਖੋ ਤੁਸੀਂ ਟੀਚਰ ਕਿੰਨੇ ਆ। ਭਰਤੀਆਂ ਕੋਈ ਵਾਧੂ ਨਹੀਂ ਹੋਈਆਂ। ਜਿਹੜੀ ਵਾਧੂ ਭਰਤੀ ਦੀ ਗੱਲ ਕੀਤੀ ਜਾਂਦੀ ਹੈਗੀ ਆ, ਉਹ ਅਸਲ ਵਿੱਚ ਗੱਲ ਕੀ ਹੈਗੀ ਆ ਕਿ ਜਦੋਂ ਸਰਕਾਰਾਂ ਨੇ ਇਹ ਧਾਰ ਲਿਆ ਕਿ ਅਸੀਂ ਗ੍ਰਾਂਟਾਂ ਨਹੀਂ ਦੇਣੀਆਂ ਤੇ ਯੂਨੀਵਰਸਿਟੀਆਂ ਨੂੰ ਕਿਹਾ ਕਿ ਤੁਸੀਂ ਆਪਦਾ ਪ੍ਰਬੰਧ ਆਪ ਕਰੋ, ਤੇ ਯੂਨੀਵਰਸਿਟੀਆਂ ਜਿਹੜੀਆਂ ਬੁਨਿਆਦੀ ਕੰਮ ਹੈਗੇ ਆ, ਬੁਨਿਆਦੀ ਕੰਮ ਤਾਂ ਉਹਨਾਂ ਦੇ ਹੁੰਦੇ ਆ ਮੁੱਢਲੀ ਸਿੱਖਿਆ ਦੇਣੀ, ਬੇਸਿਕ ਸਿੱਖਿਆ ਦੇਣੀ, ਬੇਸਿਕ ਸਾਇੰਸ ਦੇਣੀ। ਉਹਦੀ ਥਾਵੇਂ ਤੇ ਉਹਨਾਂ ਨੇ ਕਮਾਈ ਵਾਲੇ ਕੋਰਸ ਸ਼ੁਰੂ ਕਰਤੇ। ਕਮਾਈ ਵਾਲੇ ਕੋਰਸ ਜਿਹੜੇ ਸ਼ੁਰੂ ਕਰਤੇ ਕਿ ਲੋਕੀ ਮੈਨੇਜਮੈਂਟ 'ਚ ਐਡਮਿਸ਼ਨ ਲੈਂਦੇ ਆ, ਲੋਕ ਇੰਜੀਨੀਅਰਿੰਗ 'ਚ ਐਡਮਿਸ਼ਨ ਲੈਂਦੇ ਆ ਕਿ ਇੰਜੀਨੀਅਰਿੰਗ 'ਚ ਐਡਮਿਸ਼ਨ ਸ਼ੁਰੂ ਕਰ ਦਿਓ। ਇਹ ਪੋਲੀਟੈਕਨਿਕਾਂ ਦਾ ਕੰਮ ਹੁੰਦਾ, ਇਹ ਸਕਿੱਲ ਸਿਖਾਉਣੀ ਯੂਨੀਵਰਸਿਟੀਆਂ ਦਾ ਕੰਮ ਨਹੀਂ ਹੁੰਦਾ। ਯੂਨੀਵਰਸਿਟੀਆਂ ਦਾ ਕੰਮ ਹੁੰਦਾ ਹਾਇਰ ਰਿਸਰਚ ਪੈਦਾ ਕਰਨੀ। ਸਿੱਟੇ ਵਜੋਂ ਕੀ ਆ ਕਿ ਉਹਨਾਂ ਕੋਰਸਾਂ ਦੇ ਵਿੱਚ ਉਸ ਸਮੇਂ ਲੋਕ ਐਡਮਿਸ਼ਨਾਂ ਲੈ ਰਹੇ ਸੀਗੇ, ਯੂਨੀਵਰਸਿਟੀ ਨੇ ਉਹਨਾਂ ਦੇ ਵਿੱਚ ਭਰਤੀ ਕਰ ਲਈ। ਉਹ ਭਰਤੀ ਉਦੋਂ ਲੋੜ ਅਨੁਸਾਰ ਕੀਤੀ ਗਈ ਕਿ ਜੇ 3 ਬੈਚ ਚਲਾਉਣੇ ਆ ਇੰਜੀਨੀਅਰਿੰਗ ਦੇ, ਜੇ 3 ਬੈਚ ਕੰਪਿਊਟਰ ਦੇ ਚਲਾਉਣੇ ਆ, 3 ਇਲੈਕਟ੍ਰੋਨਿਕਸ ਦੇ ਚਲਾਉਣੇ ਤਾਂ ਨਿਸ਼ਚਿਤ ਹੀ ਭਰਤੀ ਵੀ ਹੋਊਗੀ। ਹੁਣ ਉੱਥੇ ਐਡਮਿਸ਼ਨ ਨਹੀਂ ਆ ਰਹੀ ਤਾਂ ਇਉਂ ਲੱਗਣ ਲੱਗ ਪਿਆ ਕਿ ਉਹ ਵਾਧੂ ਭਰਤੀ ਹੋ ਗਈ। ਪਰ ਇਹ ਦੋ ਡਿਪਾਰਟਮੈਂਟ ਮੈਨੇਜਮੈਂਟ ਤੇ ਸਿਰਫ ਇੰਜੀਨੀਅਰਿੰਗ ਕਾਲਜਾਂ ਦਾ ਹਾਲ ਆ, ਬਾਕੀ ਕਿਤੇ ਭਰਤੀ ਨਹੀਂ ਬਹੁਤੀ ਹੋਏਗੀ। ਹਿੰਦੀ ਡਿਪਾਰਟਮੈਂਟ ਦੇ ਵਿੱਚ ਸਿਰਫ 3 ਟੀਚਰ ਰੈਗੂਲਰ ਰਹਿ ਗਏ ਆ, ਜਰਨਲਿਜ਼ਮ ਦੇ ਵਿੱਚ ਸਿਰਫ 1 ਟੀਚਰ, 2 ਟੀਚਰ ਰੈਗੂਲਰ ਰਹਿ ਗਏ ਹੈਗੇ ਆ, ਪੋਲੀਟੀਕਲ ਸਾਇੰਸ ਦੇ ਵਿੱਚ ਸਿਰਫ 2 ਟੀਚਰ ਰੈਗੂਲਰ ਰਹਿ ਗਏ ਹੈਗੇ ਆ। ਯੂਨੀਵਰਸਿਟੀ ਤਾਂ ਖਾਲੀ ਹੋਈ ਪਈ ਤੇ ਕਿਹਾ ਜਾ ਰਿਹਾ ਹੈਗਾ ਕਿ ਉੱਥੇ ਬਹੁਤ ਭਰਤੀ ਆ, ਬਹੁਤ ਭਰਤੀ ਹੈ। ਮੈਂ ਕਿ ਯੂਨੀਵਰਸਿਟੀ ਦਾ ਬਜਟ ਚੱਕੋ, ਬਜਟ ਦੇ ਵਿੱਚ ਹਰ ਮਾਦਾ ਜਿਹੜੀ ਉਹ ਪਾਸ ਹੋਈ ਵੀ ਹੁੰਦੀ ਆ, ਉਹਦੇ ਵਿੱਚ ਸਪਸ਼ਟ ਲਿਖਿਆ ਹੁੰਦਾ ਕਿ ਇੰਨੀਆਂ ਯੂਨੀਵਰਸਿਟੀ ਦੇ ਵਿੱਚ ਕਿਸੇ ਵਿਸ਼ੇਸ਼ ਵਿਭਾਗ ਦੇ ਵਿੱਚ ਇੰਨੀਆਂ ਪੋਸਟਾਂ ਨੇ, ਉਹਦੇ ਵਿੱਚੋਂ ਵੇਖੋ ਕਿੰਨੀਆਂ ਖਾਲੀ ਹੈਗੀਆਂ। ਬੋਪਾਰਾਏ ਬਿਲਕੁਲ ਗਲਤ ਕਹਿੰਦਾ, ਬਿਲਕੁਲ ਝੂਠ ਕਹਿੰਦਾ, ਉਹਨੇ ਤੱਥਾਂ ਤੋਂ ਪਾਸੇ ਜਾ ਕੇ ਐਵੇਂ ਗਲਤ ਲਾਛਣਬਾਜ਼ੀ ਕੀਤੀ। ਫਿਰ ਸੰਕਟ ਕਿਉਂ ਹੈ ਯੂਨੀਵਰਸਿਟੀ ਉੱਤੇ? ਜੇ ਭਰਤੀਆਂ ਨਹੀਂ ਹੋਈਆਂ ਬੇਲੋੜੀਂਦਾ, ਫਿਰ ਸੰਕਟ ਕਿਉਂ ਹੈ? ਵਿੱਤੀ ਸੰਕਟ ਕਿਉਂ ਆ ਰਿਹਾ ਯੂਨੀਵਰਸਿਟੀ ਤੇ? ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈਗਾ ਕਿ ਯੂਨੀਵਰਸਿਟੀ ਦਾ ਕੰਮ, ਯੂਨੀਵਰਸਿਟੀ ਨੂੰ ਸਰਕਾਰ ਗ੍ਰਾਂਟ ਦਿੰਦੀ ਹੈ। ਜਦੋਂ ਸਰਕਾਰ ਨੇ ਲਗਾਤਾਰ ਗ੍ਰਾਂਟ ਘਟਾਈ ਤਾਂ ਲਗਾਤਾਰ ਗ੍ਰਾਂਟ ਘਟਾਉਣ ਕਾਰਨ ਸੰਕਟ ਪੈਦਾ ਹੋਇਆ, ਨਾ ਕਿ ਇਸ ਕਾਰਨ ਕਰਕੇ ਹੋਇਆ ਕਿ ਇੱਥੇ ਭਰਤੀਆਂ ਵੱਧ ਨੇ। ਕਿਸੇ ਮਾਤ ਭਾਸ਼ਾ ਨੂੰ ਲੈ ਕੇ ਦੁਨੀਆ ਦੀ ਦੂਜੀ ਯੂਨੀਵਰਸਿਟੀ ਬਣਾਈ ਗਈ ਸੀ, ਫਿਰ ਤੁਹਾਨੂੰ ਲੱਗਾ ਕਿ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਸਤੇ ਯੂਨੀਵਰਸਿਟੀ ਨੇ ਕੋਈ ਕੰਮ ਕੀਤੇ ਨੇ? ਜਾਂ ਅੱਜ ਵੀ ਆਪਾਂ ਦੇਖ ਲਈਏ ਕਿ ਪੰਜਾਬੀ ਹਾਲੇ ਬੋਲੀ ਜਾਂਦੀ ਹੈ, ਅੱਜ ਵੀ ਬੋਲੀ ਜਾਂਦੀ ਪੰਜਾਬੀ, ਪੰਜਾਬੀ ਨਾਲ ਹਮੇਸ਼ਾ ਮਾਂ ਬੋਲੀ ਨਾਲ ਰਿਹਾ, ਪਰ ਯੂਨੀਵਰਸਿਟੀ ਨੇ ਆਪਣਾ ਸਹੀ ਕੰਮ ਕੀਤਾ। ਜਦੋਂ ਦੇਸ਼ ਆਜ਼ਾਦ ਹੋਇਆ ਤੇ ਉਸ ਸਮੇਂ ਇਹ ਸੰਕਲਪ ਬਣਾਇਆ ਗਿਆ ਕਿ ਸਾਰੇ ਜਿਹੜੇ ਸਾਡੀਆਂ ਮਾਤ ਭਾਸ਼ਾਵਾਂ ਉਹਨਾਂ ਨੂੰ ਅੱਗੇ ਲਿਆਂਦਾ ਜਾਊਗਾ। ਇਹ ਗੱਲ ਬਹੁਤ ਸਾਰੇ ਲੇਖਾਂ ਦੇ ਵਿੱਚ ਮਹਾਤਮਾ ਗਾਂਧੀ ਨੇ ਵੀ ਕਹੀ ਸੀਗੀ। ਪਰ ਪੰਜਾਬੀ ਸੂਬਾ ਬੜਾ ਲੇਟ ਬਣਿਆ। ਪਰ ਪੰਜਾਬੀ ਸੂਬਾ ਬਣਨ ਸਮੇਂ ਤੇ ਉਸ ਸਮੇਂ ਮਹਿਕਮਾ ਪੰਜਾਬੀ ਬਣਿਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣੀ, ਭਾਸ਼ਾ ਭਾਗ ਨੇ ਪੰਜਾਬੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਪੰਜਾਬ ਟੈਕਸਟ ਬੁੱਕ ਬੋਰਡ ਬਣਿਆ। ਇਹਨਾਂ ਸਾਰਿਆਂ ਅਦਾਰਿਆਂ ਨੇ ਕੰਮ ਕੀਤਾ। ਪਰ ਹੌਲੀ ਹੌਲੀ ਕੀ ਹੈ ਕਿ ਸਰਕਾਰ ਦੀਆਂ ਨੀਤਾਂ ਕਾਰਨ ਉਹਨਾਂ ਨੇ ਇੱਕ ਇੱਕ ਅਦਾਰਾ ਕਰਕੇ ਮਾਰਨਾ ਸ਼ੁਰੂ ਕਰਤਾ। ਪਹਿਲਾਂ ਪੰਜਾਬ ਟੈਕਸਟ ਬੁੱਕ ਬੋਰਡ ਮਾਰਿਆ, ਫਿਰ ਉਹਨਾਂ ਨੇ ਜਿਹਨੂੰ
ਨੂੰ ਕਹਿ ਸਕਦੇ ਹਾਂ ਕਿ ਭਾਸ਼ਾ ਭਾਗ ਨੂੰ ਖਤਮ ਕੀਤਾ ਤੇ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਖਤਮ ਕਰ ਰਹੇ ਆ। ਪਰ ਇਸ ਦੇ ਬਾਵਜੂਦ ਜਿੰਨਾ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੰਮ ਕੀਤਾ ਉਹਦੇ ਵਿੱਚ ਬਹੁਤ ਮਹੱਤਵਪੂਰਨ ਕੰਮ ਕੀਤੇ ਆ। ਜੇ ਮਹੱਤਵਪੂਰਨ ਕੰਮਾਂ ਦੇ ਵਿੱਚ ਆਈਏ ਤਾਂ ਉਹਦੇ ਵਿੱਚ ਸਿੱਖ ਐਨਸਾਈਕਲੋਪੀਡੀਆ ਜਿਹੜਾ ਪਹਿਲਾਂ ਅੰਗਰੇਜ਼ੀ ਦੇ ਵਿੱਚ ਤਿਆਰ ਕੀਤਾ, ਵਰਡ ਸਿੱਖ ਐਨਸਾਈਕਲੋਪੀਡੀਆ, ਫਿਰ ਉਹਨੂੰ ਪੰਜਾਬੀ ਦੇ ਵਿੱਚ ਟ੍ਰਾਂਸ ਕੀਤਾ, ਸ਼ਬਦ ਜੋੜ ਮਿਆਰੀਕਰਨ ਕੀਤਾ, ਸ਼ਬਦ ਜੋੜ ਕੋਸ਼ ਇੱਕ ਸੈੱਲ ਬਣਾਇਆ, ਉਹਨੇ ਸ਼ਬਦ ਜੋੜ ਕੋਸ਼ ਤਿਆਰ ਕੀਤੇ। ਹਰਕੀਰਤ ਸਿੰਘ ਦੇ ਸੰਪਾਦਨਾ ਹੇਠ ਉਹ ਸ਼ਬਦ ਜੋੜ ਕੋਸ਼ ਸੈੱਲ ਤਿਆਰ ਹੋਇਆ। ਇਸ ਤੋਂ ਇਲਾਵਾ ਮੇਰਾ ਖਿਆਲ ਆ ਕਿ ਕਿਸੇ ਯੂਨੀਵਰਸਿਟੀ ਦਾ, ਦੁਨੀਆ ਭਰ ਦੀ ਕਿਸੇ ਵੀ ਯੂਨੀਵਰਸਿਟੀ ਦਾ, ਪੰਜਾਬੀ ਯੂਨੀਵਰਸਿਟੀ ਦਾ, ਕਿਸੇ ਵੀ ਪੰਜਾਬ ਨਾਲ ਸੰਬੰਧਿਤ ਯੂਨੀਵਰਸਿਟੀ ਦੀਆਂ ਇੰਨੀਆਂ ਪ੍ਰਕਾਸ਼ਨਾਵਾਂ ਆਈਆਂ ਜਿੰਨੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਦੇ ਵਿੱਚ ਪ੍ਰਕਾਸ਼ਨਾਵਾਂ ਕੀਤੀਆਂ। ਤੇ ਉਹਨੂੰ ਦੇਸ਼ ਵਿਦੇਸ਼ ਦੇ ਵਿੱਚ ਸਲਾਹਿਆ ਵੀ ਗਿਆ, ਉਹਦੇ ਨਾਲ ਸਾਡਾ ਲੋਕਧਾਰਾ ਸਾਂਭੀ ਗਈ, ਸਾਡਾ ਵਿਰਸਾ ਸਾਂਭਿਆ ਗਿਆ, ਸਾਡਾ ਸੱਭਿਆਚਾਰ ਸਾਂਭਿਆ ਗਿਆ। ਬਹੁਤ ਕੰਮ ਪੰਜਾਬੀ ਯੂਨੀਵਰਸਿਟੀ ਨੂੰ ਕੀਤਾ ਹੈਗਾ। ਬਹੁਤ ਸਾਰੇ ਬੱਚਿਆਂ ਨੇ ਕਦੇ ਸਿੱਖਿਆ ਹੀ ਨਹੀਂ ਲੈ ਸਕਣੀ ਸੀਗੀ, ਉਹ ਇਸ ਕਰਕੇ ਸਿੱਖਿਆ ਗ੍ਰਹਿਣ ਕਰ ਸਕੇ ਕਿ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਨੂੰ ਅੰਗਰੇਜ਼ੀ ਇੱਕ ਸਬਜੈਕਟ ਵਜੋਂ ਪੜ੍ਹਨੀ ਪੈਂਦੀ ਸੀ, ਬਾਕੀ ਉਹਨਾਂ ਨੂੰ ਪੰਜਾਬੀ ਕੰਪਲਸਰੀ ਦੇ ਨਾਲ ਬਾਕੀ ਸਬਜੈਕਟ ਚਾਹੇ ਉਹ ਹਿਸਟਰੀ ਜਾਂ ਪੋਲੀਟੀਕਲ ਸਾਇੰਸ ਆ ਉਹਨਾਂ ਨੂੰ ਪੰਜਾਬੀ ਵਿੱਚੋਂ ਪੜ੍ਹ ਸਕਦੇ ਸੀਗੇ। ਇਸ ਕਰਕੇ ਉਹ ਗ੍ਰੈਜੂਏਟ ਹੋ ਗਏ, ਇਸ ਕਰਕੇ ਉਹਨਾਂ ਨੂੰ ਨੌਕਰੀਆਂ ਮਿਲੀਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਦੇ ਲਈ ਬਹੁਤ ਕੰਮ ਕੀਤਾ ਹੈਗਾ। ਸਿਰਫ ਇੰਨਾ ਹੀ ਨਹੀਂ, ਉਹਨਾਂ ਨੇ ਬਾਲ ਵਿਸ਼ਵ ਕੋਸ਼ ਤਿਆਰ ਕੀਤਾ ਹੈਗਾ। ਇੰਨਾ ਹੀ ਨਹੀਂ, ਉਹਨਾਂ ਨੇ ਉਹ ਬੁਨਿਆਦੀ ਕੰਮ ਕੀਤੇ ਆ ਕਿ ਜਿਹੜੇ ਕਿਸੇ ਭਾਸ਼ਾ ਦੀ ਉੱਨਤੀ ਦੇ ਲਈ ਜ਼ਰੂਰੀ ਹੁੰਦੇ ਆ। ਪੰਜਾਬੀ ਯੂਨੀਵਰਸਿਟੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਹੈ, ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਹੈ। ਹੁਣ ਪੰਜਾਬੀ ਡਿਵੈਲਪਮੈਂਟ ਵਿੱਚ ਇਸ ਦੇ ਸਰਕਾਰ ਵੱਲੋਂ ਫੰਡ ਰੋਕ ਦਿੱਤੇ ਗਏ ਨੇ, ਕੋਈ ਫੰਡ ਨਹੀਂ ਮਿਲ ਰਹੇ। ਫਿਰ ਆਪਾਂ ਕਹਿ ਸਕਦੇ ਹਾਂ ਕਿ ਜੋ ਸਰਕਾਰਾਂ ਨੇ ਪੰਜਾਬੀ ਮਾਂ ਬੋਲੀ ਦੇ ਐਂਟੀ ਚੱਲਦੀਆਂ ਨੇ, ਉਸ ਨੂੰ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਨਹੀਂ ਕਰਨਾ ਚਾਹੁੰਦੀਆਂ ਜਾਂ ਭਾਸ਼ਾ ਦੇ ਖਿਲਾਫ ਚੱਲਦੇ ਪਏ ਨੇ ਪੰਜਾਬ ਦੇ ਵਿੱਚ ਹੀ। ਬਿਲਕੁਲ, ਇਹ ਇੱਕ ਤਾਂ ਹੁੰਦਾ ਕਿ ਪੋਲੀਟੀਕਲ ਕਰੈਕਟ ਰਹਿਣਾ। ਪੋਲੀਟੀਕਲ ਕਰੈਕਟ ਰਹਿਣ ਲਈ ਸਰਕਾਰਾਂ ਕਹਿੰਦੀਆਂ ਕਿ ਅਸੀਂ ਭਾਸ਼ਾ ਦੇ ਨਾਂ 'ਤੇ ਆਹ ਦੇਖੋ ਅਸੀਂ ਦਿਨ ਮਨਾ ਰਹੇ ਹਾਂ, ਅਸੀਂ ਨਵੰਬਰ ਦੇ ਵਿੱਚ ਸਪਤਾਹ ਮਨਾ ਰਹੇ ਹਾਂ, ਦੇਖੋ ਅਸੀਂ ਇਨਾਮ ਦੇ ਰਹੇ ਹਾਂ, ਦੇਖੋ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਥੋੜ੍ਹੀ ਬਹੁਤੀ ਗ੍ਰਾਂਟ ਤਾਂ ਦੇ ਹੀ ਰਹੇ ਹਾਂ। ਅਸਲ ਨੀਤ ਆ ਜਿਹੜੀ ਉਹ ਇਹ ਨਹੀਂ ਲੱਗਦੀ ਕਿ ਪੰਜਾਬੀ ਨੂੰ ਪ੍ਰਫੁੱਲਤ ਕੀਤਾ ਜਾਵੇ। ਹੈਰਾਨੀ ਵਾਲੀ ਗੱਲ ਇਹ ਹੈਗੀ ਕਿ ਇਹ ਵਰਤਾਰਾ ਜਿਹੜਾ ਸਿਰਫ ਇੱਕ ਪਾਸੇ ਨਹੀਂ, ਇਕੱਲਾ ਯੂਨੀਵਰਸਿਟੀਆਂ 'ਤੇ ਨਹੀਂ, ਬਿਨਾਂ ਸ਼ੱਕ ਕਿ ਸਾਡੇ ਮੈਂ ਕਿ ਨੈਸ਼ਨਲ ਹਾਈਵੇ ਬਣਿਆ, ਨੈਸ਼ਨਲ ਹਾਈਵੇ ਦੇ ਵਿੱਚ ਮੈਂ ਕਿ ਕਿੰਨਾ ਰੌਲਾ ਪਿਆ ਇਸ ਗੱਲ 'ਤੇ ਕਿ ਇੱਕ ਪੱਕਾ ਨਿਯਮ ਆ ਕਿ ਜਦੋਂ ਨੈਸ਼ਨਲ ਹਾਈਵੇ 'ਤੇ ਤੁਸੀਂ ਬੋਰਡ ਲਾਉਣੇ ਆ, ਉਹਦੇ ਵਿੱਚ ਪੰਜਾਬੀ ਦੇ ਵਿੱਚ ਬੋਰਡ ਲਾਉਣੇ, ਅੰਗਰੇਜ਼ੀ 'ਚ ਬੋਰਡ ਲਾਉਣੇ, ਹਿੰਦੀ 'ਚ ਬੋਰਡ ਲਾਉਣੇ, ਤਿੰਨਾਂ ਦੇ ਵਿੱਚ ਬੋਰਡ ਲਾਉਣੇ। ਪਰ ਤੁਸੀਂ ਮੈਂ ਕਿ ਇਕੱਲੇ ਅੰਗਰੇਜ਼ੀ ਦੇ ਵਿੱਚ ਬੋਰਡ ਲਾਉਣੇ ਆ, ਸਿੱਟੇ ਵਜੋਂ ਉੱਥੇ ਝਗੜਾ ਪੈਂਦਾ ਹੈਗਾ। ਹੋਰ ਤਾਂ ਹੋਰ ਇੱਥੇ ਪਟਿਆਲਾ ਸ਼ਹਿਰ ਦੇ ਵਿੱਚ ਐਂਟਰੈਂਸ ਦੇ ਉੱਤੇ ਮੈਂ ਕਿ ਵੈਲਕਮ ਲਿਖਣਾ ਹੈ, ਜੀ ਆਇਆਂ ਨਹੀਂ ਲਿਖਿਆ ਜਾ ਸਕਦਾ। ਇਹ ਅਸਲ 'ਚ ਸਰਕਾਰ ਦੀ ਨੀਤ ਆ, ਜਿਹੜੀ ਨੀਤ ਕਰਕੇ ਇਹ ਸਮੱਸਿਆ ਪੈਦਾ ਹੋ ਰਹੀ ਹੈਗੀ ਆ ਕਿ ਉਹ ਭਾਸ਼ਾਵਾਂ ਦੇ ਆਧਾਰ 'ਤੇ ਇੱਕ ਵੰਡੀ ਪਾ ਕੇ ਕਿ ਜਿਹੜੀ ਪੰਜਾਬੀ ਭਾਸ਼ਾ ਉਹ ਪੇਂਡੂਆਂ ਦੀ, ਦਲਿਤਾਂ ਦੀ, ਗਰੀਬਾਂ ਦੀ, ਆਮ ਲੋਕਾਂ ਦੀ ਭਾਸ਼ਾ ਹੈਗੀ ਆ। ਅਲੀਟ ਵਰਗ, ਭੱਦਰ ਪੁਰਸ਼ ਜਿਨ੍ਹਾਂ ਕੋਲੇ ਚਾਰ ਪੈਸੇ ਹੈਗੇ ਆ, ਜਿਹੜੇ ਅੰਗਰੇਜ਼ੀ ਸਕੂਲਾਂ ਦੇ ਵਿੱਚ, ਮਾਡਲ ਸਕੂਲਾਂ ਦੇ ਵਿੱਚ ਵੱਡੀ ਫੀਸ ਭਰ ਕੇ ਅੰਗਰੇਜ਼ੀ ਭਾਸ਼ਾ ਸਿੱਖ ਸਕਦੇ ਆ, ਉਹਨਾਂ ਦੇ ਬੱਚੇ ਅੱਗੇ ਆਉਣ, ਦੂਜਿਆਂ ਦੇ ਨਾ ਆਉਣ। ਇਸ ਕਰਕੇ ਇਹ ਇੱਕ ਸਾਜ਼ਿਸ਼ੀ ਤਾਣਾ ਬਾਣਾ ਬਣਿਆ ਜਾ ਰਿਹਾ। ਬਿਊਰੋਕਰੇਟ ਦੀ ਗੱਲ ਕਰਨੇ ਆ ਕਿ ਇੱਕ ਯੂਨੀਵਰਸਿਟੀ ਨੂੰ ਚਲਾਉਣ ਵਾਸਤੇ IAS ਆਫਿਸਰ ਹੀ ਚਲਾ ਸਕਦੇ ਨੇ ਵਧੀਆ। ਇਹ ਬੜੀ ਉਦਾਹਰਨਾਂ ਦਿੰਦੇ ਨੇ ਆਪਸ ਵਿੱਚ, ਮੈਂ ਨਾਂ ਤਾਂ ਨਹੀਂ ਕਿਸੇ ਦਾ ਲੈਣਾ ਚਾਹੁੰਦਾ। ਇਸ ਗੱਲ ਚਰਚਾ ਚੱਲੀ ਹੋਈ ਹੈ ਕਿ ਇਹ ਗੱਲ ਸਹੀ ਹੈ। ਪਹਿਲੀ ਗੱਲ ਤਾਂ ਇਹ ਕਿ ਅੱਜ ਦੇ UGC ਦੇ ਨਿਯਮਾਂ ਅਨੁਸਾਰ ਕਿਸੇ ਵੀ ਯੂਨੀਵਰਸਿਟੀ ਦਾ ਕੋਈ ਵੀ ਵਾਈਸ ਚਾਂਸਲਰ ਬਿਊਰੋਕਰੇਟ ਨਹੀਂ ਲਾਇਆ ਜਾ ਸਕਦਾ। ਹਰ ਹਾਲਤ ਦੇ ਵਿੱਚ ਉਹ ਅਕੈਡਮਿਕ ਖੇਤਰ ਦੇ ਵਿੱਚੋਂ ਆਊਗਾ, 10 ਸਾਲ ਦਾ ਪ੍ਰੋਫੈਸਰ ਦਾ ਐਕਸਪੀਰੀਅੰਸ ਹੋਊਗਾ ਤਾਂ ਹੀ ਵਾਈਸ ਚਾਂਸਲਰ ਲੱਗ ਸਕਦਾ। ਇਹ ਤਾਂ ਗੱਲ ਨਿਬੜ ਗਈ। ਜਿਹੜੇ ਪੁਰਾਣੇ ਸਮੇਂ ਦੇ ਵਿੱਚ 2 ਬਿਊਰੋਕਰੇਟ ਵਾਈਸ ਚਾਂਸਲਰ ਆਏ ਆ, ਇੱਕ SS ਬੋਪਾਰਾਏ ਦੇ, ਦੂਜੇ ਜਿਹੜੇ ਵਾਈਸ ਚਾਂਸਲਰ ਆਏ ਆ ਉਹ ਸਾਡੇ ਜਸਵੀਰ ਸਿੰਘ ਆਹਲੂਵਾਲੀਆ ਆਏ ਆ। ਦੋਨਾਂ ਨੇ ਹੀ ਯੂਨੀਵਰਸਿਟੀ ਦਾ ਕੋਈ ਭਲਾ ਨਹੀਂ ਕੀਤਾ, ਕੋਈ ਉਹ ਚੰਗੀਆਂ ਪਿਰਤਾਂ ਨਹੀਂ ਪਾ ਸਕੇ, ਕੋਈ ਵੀ ਉਹ ਯੂਨੀਵਰਸਿਟੀ ਨੂੰ ਕੋਈ ਰਾਹ ਦਰਸਾਵਾ ਨਹੀਂ ਕਰ ਸਕੇਗੇ। ਹਾਲਾਂਕਿ ਜਿਹੜਾ ਜਸਵੀਰ ਸਿੰਘ ਆਹਲੂਵਾਲੀਆ ਸੀ ਉਹਦਾ ਜਿਹੜਾ ਪਿਛੋਕੜ ਆ ਉਹ ਅਕੈਡਮਿਕ ਪਿਛੋਕੜ ਸੀਗਾ, ਉਹ PhD ਵੀ ਸੀ, ਸਿੱਖ ਸਕਾਲਰ ਵੀ ਸੀਗਾ। ਇਸ ਦੇ ਬਾਵਜੂਦ ਉਹਦਾ ਚਰਿੱਤਰ ਮਾੜਾ ਸੀਗਾ। ਇੱਥੋਂ ਮਤਲਬ ਕਿ ਉਹ ਭੈੜੇ ਦੋਸ਼ਾਂ ਅਧੀਨ, ਬਲਾਤਕਾਰ ਦੇ ਦੋਸ਼ਾਂ ਅਧੀਨ ਮੈਂ ਕਿ ਉਹਨੂੰ ਇੱਥੇ ਯੂਨੀਵਰਸਿਟੀ 'ਚ ਜਾਣਾ ਪਿਆ ਸੀ। ਜਿੱਥੇ ਤੱਕ ਬੋਪਾਰਾਏ ਦੀ ਗੱਲ ਹੈਗੀ ਆ, ਬੋਪਾਰਾਏ ਨੇ ਜਿਹੜਾ ਇੱਥੇ ਕਲਚਰ ਬਿਲਡ ਕੀਤਾ ਸੀ ਉਹ ਕਲਚਰ ਯੂਨੀਵਰਸਿਟੀ ਦਾ ਕਦੇ ਵੀ ਨਹੀਂ ਰਿਹਾਗਾ। ਬਿਊਰੋਕਰੇਟਿਕ ਅਫਸਰੀ ਕਲਚਰ, ਹੁਕਮ ਦੇ ਦੇਣਾ, ਥੱਲੇ ਕਿਸੇ ਦੀ ਗੱਲ ਨਾ ਸੁਣਨੀ। ਸਭ ਤੋਂ ਵੱਧ ਜਿਹੜੀ ਮਾੜੀ ਗੱਲ ਕੀਤੀ ਕਿ ਪਹਿਲੀ ਵਾਰੀ ਜਿਹੜੀ ਗ੍ਰੈਜੂਏਟ ਲੈਵਲ 'ਤੇ ਪੰਜਾਬੀ ਦੇ ਪੀਰੀਅਡ ਘਟਾਉਣੇ, ਪੰਜਾਬੀ ਦੇ ਸਬਜੈਕਟ ਨੂੰ ਘਟਾ ਕੇ ਦੇਖਣਾ, ਪੰਜਾਬੀ ਦੇ ਦਿਨ ਘਟਾਉਣੇ, ਪੰਜਾਬੀ ਦਾ ਸਾਲ ਘਟਾਉਣਾ, ਇਹ ਬੋਪਾਰਾਏ ਦੇ ਸਮੇਂ ਹੋਇਆ ਸੀਗਾ। ਅਤੇ ਬੋਪਾਰਾਏ ਨੇ ਮੈਂ ਕਿ ਉਲਟਾ ਪੰਜਾਬੀ ਦੇ ਵਿਰੁੱਧ ਕੰਮ ਕਰਨਾ ਸ਼ੁਰੂ ਕੀਤਾ ਸੀ। ਪਹਿਲੀ ਵਾਰੀ ਬੋਪਾਰਾਏ ਨੇ ਫੀਸਾਂ ਵਧਾਈਆਂ ਸੀਗੀਆਂ। ਸਿੱਟੇ ਵਜੋਂ ਕੀ ਹੋਇਆ ਸੀਗਾ, ਵਿਦਿਆਰਥੀਆਂ ਦੀ ਸਟ੍ਰਾਈਕ ਹੋਈ ਸੀ, ਸ਼ੀਸ਼ੇ ਟੁੱਟੇ ਸੀ, ਲੰਮਾ ਸਮਾਂ ਚੱਲਿਆ ਸੀ। ਫਿਰ ਸਰਕਾਰ ਨੇ ਗ੍ਰਾਂਟ ਦਿੱਤੀ ਸੀ, ਸਿੱਟੇ ਵਜੋਂ ਫਿਰ ਉਹ ਫੀਸਾਂ ਵਿਦਿਆਰਥੀਆਂ ਦੀਆਂ ਵਾਪਸ ਹੋਈਆਂ ਸੀ। ਕੋਈ ਉਹ ਸਕਸੈਸਫੁਲ ਵਾਈਸ ਚਾਂਸਲਰ ਨਹੀਂ ਆ। ਠੀਕ ਆ, ਆਪਣੇ ਮੂੰਹ ਮੀਆਂ ਮਿੱਠੂ ਜੋ ਕੋਈ ਮਰਜ਼ੀ ਬਣੀ ਜਾਵੇ। ਤੁਸੀਂ ਬੋਪਰਾਏ ਦੀ ਹੁਣ ਗੱਲ ਕੀਤੀ ਹੈ। ਬੋਪਰਾਏ ਨੇ ਇੱਕ ਇੰਟਰਵਿਊ ਵਿੱਚ ਇਹ ਗੱਲ ਵੀ ਕਹੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਹੈਗੀ ਆ ਅਦਾਨੀ ਅੰਬਾਨੀਆਂ ਨੂੰ ਵੇਚੀ ਜਾ ਰਹੀ ਹੈ ਬਾਦਲਾਂ ਵੱਲੋਂ। ਕੀ ਇਹ ਬਿਲਕੁਲ ਸੱਚ ਹੈ?
ਦੇਖੋ ਬੋਪਾ ਰਾਏ ਸਾਹਿਬ ਦੀਆਂ ਜਿਹੜੀਆਂ ਸਾਰੀਆਂ ਸਟੇਟਮੈਂਟਸ ਨੇ ਪੋਲੀਟੀਕਲ ਸਟੇਟਮੈਂਟਸ ਨੇ। ਹਾਲ ਦੀ ਘੜੀ ਕੋਈ ਇਹੋ ਜਿਹੀ ਪ੍ਰਪੋਜ਼ਲ ਕਿਤੇ ਦਿਖਾਈ ਨਹੀਂ ਦਿੰਦੀ ਕਿ ਇਸ ਵੇਲੇ ਤਾਂ ਬਾਦਲ ਇਹਨੂੰ ਵੇਚ ਹੀ ਨਹੀਂ ਸਕਦੇ। ਇਸ ਵੇਲੇ ਤਾਂ ਰਾਜ ਕੈਪਟਨ ਅਮਰਿੰਦਰ ਨਹੀਂ, ਮੈਂ ਉਹਨਾਂ ਦੀ ਰਾਜ ਦੀ ਗੱਲ ਕਰ ਰਿਹਾ ਜਦੋਂ ਹੁੰਦੇ ਸੀ, ਇਸ ਸਮੇਂ ਉਹਨਾਂ ਦੀ ਰਾਜ ਦੀ ਗੱਲ ਕਰ ਰਿਹਾ। ਜਿਹੜੀ ਇਹ ਗੱਲ ਵੀ ਹੈਗੀ ਆ, ਇਸ ਗੱਲ ਲਈ ਜਾਂ ਤਾਂ ਉਹ ਕੋਈ ਸਰਕਾਰੀ ਕਾਗਜ਼ ਪੱਤਰ ਜਾਰੀ ਕਰਨ, ਦਿਖਾਣ ਕਿ ਆਹ ਕਾਗਜ਼ ਪੱਤਰ ਆ ਜਿਸ ਦਿਨ ਬਾਦਲ ਇਸ ਯੂਨੀਵਰਸਿਟੀ ਨੂੰ ਵੇਚ ਰਹੇ ਸੀਗੇ। ਹਾਂ, ਇਹ ਗੱਲ ਪੱਕੀ ਹੈਗੀ ਆ ਕਿ ਸਾਰੀਆਂ ਹੀ ਜਿਹੜੀਆਂ ਯੂਨੀਵਰਸਿਟੀਆਂ ਉਹ ਕੋਈ ਥੋੜੀ ਕੋਈ ਬਹੁਤੀ ਸਾਰੀਆਂ ਹੀ ਸੰਕਟ ਵਿੱਚ ਨੇ। ਕਿਸੇ ਦਾ ਸੰਕਟ ਪਹਿਲਾਂ ਆ ਗਿਆ, ਕਿਸੇ ਦਾ ਮਗਰੋਂ ਆ ਗਿਆ, ਕਿਸੇ ਦਾ ਕਿਸੇ ਕਾਰਨ ਕਰਕੇ ਆ ਗਿਆ। ਪਰ ਇਹ ਵੱਡੀ ਗੱਲ ਆ ਜਿਹੜੀ ਇਹਦੇ ਪਿੱਛੇ ਇਹ ਆ ਕਿ ਜਿਹੜੀਆਂ ਸਰਕਾਰਾਂ ਦੀ ਫੰਡਿੰਗ ਆ ਉਹ ਘਟਾਈ ਜਾ ਰਹੀ ਆ। ਉਹਦੇ ਪਿੱਛੇ ਸੋਚ ਇਹ ਆ ਕਿ ਹਾਇਰ ਐਜੂਕੇਸ਼ਨ ਹੈ ਜਿਹੜੀ ਇਹ ਸਰਕਾਰ ਨੇ ਨਹੀਂ ਦੇਣੀ। ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਪਿੱਛੇ ਜਾ ਰਹੀ ਆ। ਇਹਦੇ ਦੂਰ ਸਿੱਟੇ ਬਹੁਤ ਮਾੜੇ ਹੋਣੇ ਆ ਕਿ ਅਚੇਰੀ ਖੋਜ ਦੇ ਵਿੱਚ ਗਰੀਬ ਵਿਦਿਆਰਥੀ ਨਹੀਂ ਆਉਣਗੇ ਤੇ ਅਚੇਰੀ ਖੋਜ ਆ ਜਿਹੜੀ ਉਹ ਆਮ ਲੋਕਾਂ ਲਈ ਨਹੀਂ, ਉਹ ਮੁਨਾਫੇ ਦਾ ਧੰਦਾ ਬਣ ਜੂਗੀ। ਤੇ ਮੁਨਾਫੇ ਦਾ ਜਿਹੜਾ ਸਿੱਟਾ ਹੈ ਉਹ ਹੁਣ ਵੀ ਲੋਕ ਭੁਗਤ ਰਹੇ ਹੈਗੇ ਆ ਕਿ ਜਦੋਂ ਪ੍ਰਾਈਵੇਟ ਹਸਪਤਾਲਾਂ ਵਾਲੇ ਅਚਾਨਕ ਹੀ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਆ ਤੇ ਅਚਾਨਕ ਹੀ ਖੋਲ੍ਹ ਦਿੰਦੇ ਆ। ਜਿਹੜੇ ਐਂਟਰ ਹੋ ਜਾਂਦੇ ਆ ਫਿਰ ਉਹਨਾਂ ਦੀਆਂ ਲਾਸ਼ਾਂ ਲੈਣ ਲਈ ਵੀ ਕਿੰਨਾ ਔਖਾ ਹੋਣਾ ਪੈਂਦਾ ਹੈ, ਸਭ ਨੂੰ ਪਤਾ ਹੈ। ਇਹ ਪ੍ਰਾਈਵੇਟਾਈਜੇਸ਼ਨ ਆ ਜਿਹੜੀ ਕਾਰਪੋਰੇਟ ਮਾਡਲ ਦੇ ਅੱਗੇ ਚੱਲ ਕੇ ਇਹ ਇੱਕ ਮਨੁੱਖ ਮਾਰੂ ਚੀਜ਼ ਹੈਗੀ ਆ। ਇਹਦਾ ਸਿੱਖਿਆ ਨਾਲ ਕੋਈ ਸੰਬੰਧ ਨਹੀਂ ਗਾ। ਤੁਸੀਂ ਵੀਸੀ ਦੀ ਗੱਲ ਕਰ ਰਹੇ ਹੋ, ਤੁਹਾਡੇ ਹਿਸਾਬ ਨਾਲ ਕਿਹੜੇ ਵੀਸੀ ਨੇ ਸਭ ਤੋਂ ਵਧੀਆ ਕੰਮ ਕੀਤਾ ਹੈ, ਕਾਰਜਕਾਰੀ ਸਭ ਤੋਂ ਵਧੀਆ ਰਹੀ ਹੈ, ਔਰ ਕਿਸ ਵੀਸੀ ਨੇ ਸਭ ਤੋਂ ਮਾੜੀ ਉਹਦੀ ਕਾਰਜਕਾਰੀ ਰਹੀ ਹੈ ਜੇ ਤੁਹਾਡੇ ਪੱਖੋਂ ਦੇਖਣਾ ਹੋਵੇ ਤਾਂ? ਦੇਖੋ, ਇਹ ਥੋੜੀ ਜੀ ਜਿਹੜੀ ਗੱਲ ਹੈਗੀ ਆ, ਮੇਰਾ ਖਿਆਲ ਆ ਕਿ ਵਿਅਕਤੀਗਤ ਤੌਰ ਤੇ ਇਹ ਹਰੇਕ ਬੰਦੇ ਦੀਆਂ ਕੁਝ ਆਪਣੀਆਂ ਪਸੰਦਾਂ ਨਾ ਪਸੰਦਾਂ ਹੋ ਸਕਦੀਆਂ। ਔਰ ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਕਿ ਸਾਡੇ ਲਈ ਜਿਹੜੀ ਪ੍ਰਮੁੱਖ ਗੱਲ ਹੈਗੀ ਆ ਕਿ ਕੀ ਪੰਜਾਬੀ ਯੂਨੀਵਰਸਿਟੀ ਬਣੀ ਆ ਕਿਸ ਗੱਲ ਲਈ ਬਣੀ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣੀ ਹੈ। ਇਹਦੇ ਕੈਲੰਡਰ ਦੇ ਵਿੱਚ ਪਹਿਲਾਂ ਹੀ ਇਹ ਲਿਖਿਆ ਕਿ ਇਹਦਾ ਮੁੱਖ ਮੰਤਵ ਇਹ ਹੈ। ਇਸ ਪ੍ਰਸੰਗ ਦੇ ਵਿੱਚ ਜਿਹੜੇ ਵਾਈਸ ਚਾਂਸਲਰ ਨੇ ਇਹਦੇ ਪੀਰੀਅਡ ਘਟਾਏ ਹੋਣ, ਜਿਹੜੇ ਵਾਈਸ ਚਾਂਸਲਰ ਨੇ ਇਹਨੂੰ ਘੱਟ ਮਹੱਤਤਾ ਦਿੱਤੀ ਹੋਵੇ, ਜਿਹੜੇ ਵਾਈਸ ਚਾਂਸਲਰ ਨੇ ਇਸ ਦੇ ਵਿੱਚ ਭਰਤੀਆਂ ਨਾ ਪੰਜਾਬੀ ਦੇ ਵਿੱਚ ਕੀਤੀਆਂ ਹੋਣ, ਅਸੀਂ ਸਮਝਦੇ ਹਾਂ ਕਿ ਉਹ ਵਾਈਸ ਚਾਂਸਲਰ ਨੇ ਪੰਜਾਬੀ ਦਾ ਨੁਕਸਾਨ ਕੀਤਾ। ਜਿਹੜੇ ਵਾਈਸ ਚਾਂਸਲਰ ਨੇ ਇਸ ਮੈਂਡੇਟ ਨੂੰ ਅੱਗੇ ਲਿਆ ਹੋਵੇ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਲਾਸਟ ਦੇ ਵਿੱਚ ਸਾਡੀ ਨੈਕ ਹੋਈ ਆ, ਜਿਹੜੀ ਨੈਸ਼ਨਲ ਐਕ੍ਰੀਡੇਸ਼ਨ ਹੁੰਦੀ ਆ ਸਾਡੀ, ਉਹਦੇ ਵਿੱਚ ਜਿਹੜੀ ਟੀਮ ਨੈਕ ਦੀ ਆਈ ਆ ਉਹਨੇ ਸਪੈਸ਼ਲ ਤੌਰ ਤੇ ਇਹ ਗੱਲ ਮੈਂਸ਼ਨ ਕੀਤੀ ਆ, ਸਪੈਸ਼ਲ ਤੌਰ ਤੇ ਇਹ ਗੱਲ ਲਿਖੀ ਹੈਗੀ ਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਜਿਹੜਾ ਮੈਂਡੇਟ ਦਿੱਤਾ ਸੀ ਇਹ ਉਸ ਤੋਂ ਥਿੜਕੀ ਨਹੀਂ, ਉਹਦੇ ਉੱਤੇ ਚੱਲਦੀ ਰਹੀ ਆ। ਜਿਹੜਾ ਇਹਦਾ ਆਦੇਸ਼ ਮਿਥਿਆ ਸੀਗਾ, ਕੈਲੰਡਰ ਦੇ ਵਿੱਚ ਆਦੇਸ਼ ਮਿਥਿਆ ਸੀ, ਇਹ ਉਹਦੇ ਉੱਤੇ ਚੱਲਦੀ ਰਹੀ ਆ। ਇਦੋਂ ਵਧੀਆ ਕਿਸੇ ਯੂਨੀਵਰਸਿਟੀ ਨਹੀਂ ਹੋਰ ਕੋਈ ਕਮੈਂਟ ਨਹੀਂ ਹੋ ਸਕਦਾ। ਬਾਕੀ ਇਹ ਕਿ ਹਰੇਕ ਵਾਈਸ ਚਾਂਸਲਰ ਦਾ ਇੱਕ ਆਪਣਾ ਸਟਾਈਲ ਹੁੰਦਾ, ਆਪਣਾ ਢੰਗ ਹੁੰਦਾ, ਉਹਦੇ ਨਾਲ ਉਹ ਕੰਮ ਕਰਦਾ ਹੈਗਾ। ਤੇ ਉਹ ਹਰੇਕ ਵਾਈਸ ਚਾਂਸਲਰ ਦੇ ਵਿੱਚ ਕੁਝ ਨੁਕਸ ਵੀ ਹੁੰਦੇ ਆ ਕਿ ਕਿਸੇ ਦੇ ਵਿੱਚ ਵਾਈਸ ਚਾਂਸਲਰ ਦਬਾਅ ਹੁੰਦਾ ਸਰਕਾਰੀ ਪੱਖੋਂ, ਸਰਕਾਰ ਪੱਖੋਂ ਵਾਈਸ ਚਾਂਸਲਰ ਤੇ ਕੋਈ ਦਬਾਅ ਹੁੰਦਾ ਜੇ ਸਰਕਾਰੀ ਦਬਾਅ ਪਾਇਆ ਜਾ ਸਕਦਾ ਜਾਂ ਪਾਉਂਦੇ ਹੋਣਗੇ ਜਾਂ ਹੁਣ ਵੀ ਪੈਂਦਾ ਹੋਊਗਾ? ਦੇਖੋ, ਜਿਹੜੇ ਵਾਈਸ ਚਾਂਸਲਰ ਆ ਉਹ ਪੰਜਾਬ ਸਰਕਾਰ ਨੇ ਲਾਉਣਾ ਹੈ। ਤੇ ਪਹਿਲੀ ਗੱਲ ਤੇ ਇਹ ਕਿ ਜਿਸ ਬੰਦੇ ਨੇ ਤੁਹਾਨੂੰ ਲਾਇਆ ਹੋਵੇ ਉਹਦੇ ਪ੍ਰਤੀ ਤੁਹਾਡੀ ਜਿਹੜੀ ਲਾਇਲਟੀ, ਕਰਤੱਵਤਾ ਉਹਦੇ ਪ੍ਰਤੀ ਤੁਸੀਂ ਰਹਿੰਦੇ ਆ, ਇੱਕ ਗੱਲ। ਦੂਜੀ ਗੱਲ ਕਿ ਤੁਸੀਂ ਜਿਹੜੇ ਫੰਡ ਲੈਣੇ ਨੇ ਉਹ ਤੁਸੀਂ ਪੰਜਾਬ ਸਰਕਾਰ ਤੋਂ ਲੈਣੇ ਆ, ਤਾਂ ਉਹਨਾਂ ਦੀਆਂ ਗੱਲਾਂ ਮੰਨਣੀਆਂ ਨਾ ਮੰਨਣੀਆਂ ਇਹ ਕੋਈ ਵਿਅਕਤੀਗਤ ਨਹੀਂ ਗੀ। ਕਿੰਨੀਆਂ ਕੁ ਮੰਨੀਆਂ ਜਾਂਦੀਆਂ, ਕਿੰਨੀਆਂ ਕੁ ਨਹੀਂ ਮੰਨੀਆਂ ਜਾਂਦੀਆਂ? ਨਹੀਂ, ਮੰਨੀਆਂ ਜਾਂਦੀਆਂ ਹੋਣੀ, ਉਹਦੇ ਚ ਮੰਨੀ ਜਾਂਦੀਆਂ ਨੇ ਸਰਕਾਰ ਦੀ ਗੱਲਾਂ ਮੰਨ ਕੇ। ਨਾ ਕੁਝ ਇਫ ਐਂਡ ਬਟ ਹੁੰਦੇ ਆ। ਇਫ ਐਂਡ ਬਟ ਇਹ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੰਨ ਲਓ ਕੋਈ ਲੈਕਚਰਰ ਭਰਤੀ ਕਰਨਾ ਜਾਂ ਕੋਈ ਕਲਰਕ ਭਰਤੀ ਕਰਨਾ, ਟੈਸਟ ਰੱਖ ਲਿਆ। ਜਿਹੜਾ ਟੈਸਟ ਬੰਦਾ ਪਾਸ ਹੋਊਗਾ, ਜਿਹੜਾ ਬੰਦਾ ਯੋਗਤਾਵਾਂ ਪੂਰੀਆਂ ਹੀ ਕਰਦਾ ਹੈ, ਲੱਗੂਗਾ ਤਾਂ ਉਹੀ ਨਾ। ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਕੋਈ ਬੰਦਾ ਉਹ ਲੱਗ ਜੇ ਕਿ ਜਿਹੜਾ ਬੰਦਾ ਟੈਸਟ ਨਾ ਪਾਸ ਕੀਤਾ ਹੋਵੇ UGC ਦਾ। ਜੇ ਉਹ ਬੰਦੇ ਲੱਗਦੇ ਨੇ ਜਾਂ ਉਹ ਬੰਦੇ ਆਉਂਦੇ ਆ ਫਿਰ ਤਾਂ ਆਪਾਂ ਕਹੀਏ। ਅਗਲੀ ਗੱਲ ਇਹ ਹੁੰਦੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੀ ਜਿਹੜੀ ਮੈਰਿਟ ਆ ਉਹ ਵੀ ਨਾ ਕਈ ਵਾਰੀ ਤੁਹਾਡੀ ਪਰਸਨਲ ਜੱਜਮੈਂਟ ਹੁੰਦੀ ਹੈ। ਕਿਸੇ ਬੰਦੇ ਨੂੰ ਇਹ ਲੱਗਦਾ ਹੈਗਾ ਕਿ ਬੰਦੇ ਦੀ ਗ੍ਰੈਜੂਏਸ਼ਨ 'ਚੋਂ 3rd ਕਲਾਸ ਆ, MA 'ਚੋਂ ਆ ਕੇ 1st ਕਲਾਸ ਆ, ਫਿਰ ਉਹ ਬੰਦੇ ਨੇ UGC ਦਾ ਟੈਸਟ ਕਲੀਅਰ ਕਰ ਲਿਆ। ਕਿਸੇ ਬੰਦੇ ਨੂੰ ਲੱਗਦਾ ਕਿ ਬੰਦੇ 'ਚ ਲਗਾਤਾਰ ਇੰਪਰੂਵਮੈਂਟ ਹੋ ਰਹੀ ਹੈ, ਇਹ ਬੰਦੇ ਨੂੰ ਆਪਾਂ ਲਿਆਈਏ। ਇੱਕ ਬੰਦੇ ਦਾ ਮਤ ਉਲਟਾ ਹੋ ਜਾਂਦਾ ਕਿ ਇਹ ਬੰਦਾ ਥਰੂ ਆਊਟ 1st ਕਲਾਸ ਆ ਤੇ ਇਹ ਬੰਦੇ ਦਾ ਪਰ ਉਹ ਟੈਸਟ ਨਹੀਂ ਕਲੀਅਰ ਹੋਇਆ, PhD ਕੀਤੀ ਰੋਲ ਖੁੱਲ ਕੇ। ਅਗਲਾ ਕਹਿੰਦਾ ਕਿ ਇਹਨੂੰ ਲਾਓ, ਇਹਨੇ PhD ਕੀਤੀ। ਇਹ ਤਾਂ ਥੋੜੀ ਜੀ ਪਰਸਨਲ, ਉੱਥੇ ਐਕਸਪਰਟ ਹੁੰਦੇ ਆ ਦੋ,
ਜਿਨ੍ਹਾਂ ਨੇ ਐਕਸਪਰਟ ਰਾਏ ਦੇਣੀ ਹੁੰਦੀ ਆ। ਸਰਕਾਰ ਦੀ ਦਖਲਅੰਦਾਜ਼ੀ ਐ ਨਹੀਂ ਹੁੰਦੀ ਗੀ ਕਿ ਬਿਲਕੁਲ ਹੀ ਨਾ ਹੋਵੇ, ਇਹ ਵੀ ਝੂਠ ਬੋਲਣ ਵਾਲੀ ਗੱਲ ਆ। ਪਰ ਸਰਕਾਰ ਕਹਿੰਦੇ ਕਿ ਆਹੀ ਬੰਦਾ ਲਾ ਦਿਓ, ਨਾ ਵਾਈਸ ਚਾਂਸਲਰ ਲਾ ਸਕਦਾ ਹੁੰਦਾ, ਨਾ ਹੀ ਆਮ ਕਰਕੇ ਮੈਂ ਇਸ ਸਵਾਲ ਤੇ ਵੀ ਆਣਾ। ਮੇਰਾ ਉਸ ਤੋਂ ਪਹਿਲਾ ਸਵਾਲ ਹੈ ਕਿ ਤੁਸੀਂ ਫੰਡ ਦੀ ਗੱਲ ਕੀਤੀ ਹੈ ਵੀ ਸਰਕਾਰਾਂ ਫੰਡ ਦਿੰਦੀਆਂ ਨੇ, ਅਕਾਲੀ ਦਲ ਨੇ ਵੀ ਫੰਡ ਦਿੱਤੇ, ਕਾਂਗਰਸ ਨੇ ਫੰਡ ਦਿੱਤੇ, ਕਿ ਇਹਨਾਂ ਦੋਨਾਂ ਸਰਕਾਰਾਂ ਦਾ ਯੂਨੀਵਰਸਿਟੀ ਲੈ ਕੇ ਹਮੇਸ਼ਾ ਹੀ ਹਾਂ ਪੱਖੀ ਦੌੜਦੇ ਆ, ਪੋਜ਼ਿਟਿਵ ਹੀ ਰਿਹਾ ਇਹਨਾਂ ਦਾ? ਨਹੀਂ, ਦੇਖੋ ਗੱਲ ਇਹ ਹੈਗੀ ਆ ਕਿ ਜਿਹੜੇ ਇਹ ਫੰਡ ਦਿੰਦੇ ਹੈਗੇ ਆ, ਪਹਿਲਾਂ ਤਾਂ ਇਹ ਸੀ ਕਿ ਯੂਨੀਵਰਸਿਟੀ ਦਾ ਜਿੰਨਾ ਘਾਟਾ ਉਹ ਸਾਰੇ ਦਾ ਸਾਰਾ ਪੂਰਾ ਕੀਤਾ ਜਾਂਦਾ ਸੀਗਾ। ਉਹ ਪੁਰਾਣੀਆਂ ਕਾਂਗਰਸ ਸਰਕਾਰਾਂ ਵੇਲੇ, ਕਿਉਂਕਿ ਪਹਿਲਾਂ ਤਾਂ ਪੰਜਾਬ ਵਿੱਚ ਕਾਂਗਰਸ ਹੀ ਰਾਜ ਕਰਦੀ ਸੀ, ਉਸ ਵੇਲੇ ਤੋਂ ਚੱਲਿਆ ਆ ਰਿਹਾ ਸੀਗਾ। ਫਿਰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਨੇ ਲਗਾਤਾਰ ਹਰ ਸਾਲ 5% ਬਜਟ ਤੇ ਕੱਟ ਲਾਉਣਾ ਸ਼ੁਰੂ ਕਰ ਦਿੱਤਾ। ਉਹਦੇ ਨਾਲ ਕਾਂਗਰਸ ਸਰਕਾਰ ਨੇ ਵੀ ਉਹ ਕੱਟ ਲਾਈ ਗਈ ਤੇ ਅਕਾਲੀ ਸਰਕਾਰ ਵੀ ਕੱਟ ਲਾਈ ਗਈ। ਕੋਈ ਵੀ ਇਹ 'ਚੋਂ ਐਂ ਬਰੀ ਨਹੀਂ ਕੀਤਾ ਜਾ ਸਕਦਾ ਕਿ ਕਾਂਗਰਸ ਜਾਂ ਅਕਾਲੀਆਂ 'ਚੋਂ ਕਿਸੇ ਨੂੰ ਬਰੀ ਕਰ ਦਈਏ। ਆਖਰ ਤੇ ਜਿਹੜੀ ਹੁਣ ਦੀ ਸਥਿਤੀ ਆਈ ਖੜੀ ਹੈ ਕਿ ਇਹੋ ਜਿਹੀ ਸਥਿਤੀ ਕਦੇ ਵੀ ਯੂਨੀਵਰਸਿਟੀ 'ਚ ਵੀ ਨਹੀਂ ਆਈ ਕਿ 2 ਮਹੀਨੇ ਹੋ ਗਏ ਤਨਖਾਹਾਂ ਨਹੀਂ ਦਿੱਤੀਆਂ ਗਈਆਂ, 2 ਮਹੀਨੇ ਹੋ ਗਏ ਪੈਨਸ਼ਨਾਂ ਨਹੀਂ ਪਈਆਂ, 2 ਮਹੀਨੇ ਹੋ ਗਏ ਕਿ ਲੋਕ ਰਿਟਾਇਰ ਹੋ ਚੁੱਕੇ ਆ, ਸਾਲ ਹੋ ਗਿਆ, ਉਹਨਾਂ ਦੇ ਰਿਟਾਇਰਮੈਂਟ ਬੈਨੀਫਿਟ, ਉਹਨਾਂ ਦੇ ਜਿਹੜੇ ਆਪਣੇ ਪੈਸੇ ਕੱਟੇ ਜਾਂਦੇ ਆ ਉਹ ਨਹੀਂ ਦਿੱਤੇ ਗਏ, ਲੋਕਾਂ ਦੇ ਮੈਡੀਕਲ ਬਿੱਲ ਫਸੇ ਪਏ ਆ। ਉਸ ਹਾਲਤ ਦੇ ਵਿੱਚ ਕਿ ਲਾਜ਼ਮੀ ਤੌਰ ਤੇ ਮੌਜੂਦਾ ਸਰਕਾਰ ਨੂੰ ਮੈਂ ਕਿ ਜ਼ਰੂਰ ਚਾਹੀਦਾ ਕਿ ਉਹ ਯੂਨੀਵਰਸਿਟੀ ਦਾ ਫੰਡ ਦੇਵੇ। ਤੇ ਉਹ ਜਿਹੜਾ ਫੰਡ ਆ ਉਹਦੇ ਵਿੱਚ ਮੰਨ ਲਓ ਹੁਣ ਪਿਛਲੇ ਸਮੇਂ ਦੇ ਵਿੱਚ ਅਖਬਾਰ 'ਚ ਖਬਰ ਆਈ ਕਿ 90 ਕਰੋੜ ਰੁਪਈਏ ਦਾ ਜਿਹੜੇ ਨਿਯਮਿਤ ਗ੍ਰਾਂਟ ਆ ਉਹ ਤੋਂ ਵਾਧਾ ਕੀਤਾ ਗਿਆ, ਪਰ ਉਹ ਅੱਜ ਤੱਕ ਗ੍ਰਾਂਟ ਨਹੀਂ ਪੂਰੀ ਆਈ ਨਹੀਂ ਗ੍ਰਾਂਟ। ਨਹੀਂ, ਰੋਲ ਹਾਂ ਪੱਖੀ ਦੇ ਦੋਨੋਂ ਸਰਕਾਰਾਂ ਦਾ ਜੇ ਦੇਖੀਏ ਤਾਂ। ਨਹੀਂ, ਹਾਂ ਪੱਖੀ ਤਾਂ ਹੁਣ ਦਿਖੀ ਜਾਂਦਾ ਕਿ ਜੇ ਅੱਜ 2 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੇਗੀ ਤਾਂ ਇਹ ਮੈਂ ਕਿ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੋਵੇ, ਇਹ ਮੈਂ ਕਿ ਮਹਾਰਾਣੀ ਦਾ ਹਲਕਾ ਹੋਵੇ, ਭਾਵ MP ਦਾ ਹਲਕਾ ਹੋਵੇ, ਤਾਂ ਉਸ ਹਾਲਤ ਦੇ ਵਿੱਚ ਜੇ ਇੱਕ ਅਦਾਰੇ ਦੇ ਵਿੱਚ 2 ਮਹੀਨੇ ਮੈਂ ਕਿ ਬੰਦਿਆਂ ਨੂੰ ਤਨਖਾਹ ਤੇ ਪੈਨਸ਼ਨਾਂ ਨਾ ਮਿਲ ਰਹੀਆਂ ਹੋਣ, ਫਿਰ ਸਰਕਾਰ ਦਾ ਹਾਂ ਪੱਖੀ ਕਿਵੇਂ ਕਹੀਏ, ਕਿਸ ਰੂਪ? ਅੱਛਾ, ਹੁਣ ਮੈਂ ਦੂਸਰੇ ਪਾਸੇ ਆਣਾ, ਦੋਨੋਂ ਸਰਕਾਰਾਂ ਦੀ ਗੱਲ ਕਰਨੇ ਆਪਾਂ ਕਿ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਤੁਸੀਂ ਬਿਹਤਰ ਦੱਸ ਸਕਦੇ ਹੋ, ਯੂਨੀਵਰਸਿਟੀ ਦੇ ਵਿੱਚ ਟੀਚਿੰਗ ਤੇ ਨੋਨ ਟੀਚਿੰਗ ਜੋ ਲਗਾਏ ਗਏ ਨੇ ਵਿਅਕਤੀ 50% ਕੀ ਉਹ ਸਰਕਾਰ ਦੀ ਸਿਫਾਰਿਸ਼ ਨਾਲ ਲਗਾਏ ਗਏ ਨੇ? ਨਹੀਂ, ਮੇਰਾ ਨਹੀਂ ਖਿਆਲ, ਇਸ ਤਰ੍ਹਾਂ ਕਹਿਣਾ ਬਹੁਤ ਔਖਾ ਹੁੰਦਾ ਹੈ। ਇਹ ਕੁਝ ਚੀਜ਼ਾਂ ਨਾ ਇਹੋ ਜਿਹੀਆਂ ਹੁੰਦੀਆਂ ਕਿ ਵੀ ਜਿਨ੍ਹਾਂ ਬਾਰੇ ਨਾ ਤੁਸੀਂ ਐਂ ਕੁਝ ਵੀ ਨਹੀਂ ਕਹਿ ਸਕਦੇ। ਐਂ ਤਾਂ ਮਤਲਬ ਕਿ IAS ਅਫਸਰ ਜਿਹੜੇ ਲੱਗਦੇ ਆ ਉਹ 3 ਗੁਣਾ ਵੱਧ ਹੁੰਦੇ ਆ। ਮੈਂ ਕਿ ਜੇ 3 ਪੋਸਟਾਂ ਨੇ ਤਾਂ ਉਹ 9 ਬੰਦੇ ਸੱਦੇ ਜਾਂਦੇ ਆ, ਜੇ 100 ਪੋਸਟ ਆ ਤਾਂ 300 ਬੰਦਾ ਸੱਦਿਆ ਜਾਂਦਾ। ਜਿਹੜੇ ਰੱਖੇ ਜਾਂਦੇ ਉਹ ਸਿਫਾਰਿਸ਼ਾਂ ਨਾਲ ਰੱਖੇ ਜਾਂਦੇ ਆ। ਇਹ ਵੈਸੇ ਥੋੜ੍ਹੀ ਜਿਹੀ ਨਾ ਇਹ ਗੱਲ ਇਹ ਕਿ ਵੀ ਹਰ ਸਮੇਂ ਇਹ ਗੱਲ ਕਹਿ ਦੇਣੀ ਕਿ ਸਿਫਾਰਿਸ਼ ਆ। ਮੇਰਾ ਖਿਆਲ ਆ ਕਿ ਬਿਨਾਂ ਸ਼ੱਕ ਮੈਂ ਕਿ ਇਹ ਨਹੀਂ ਮੈਂ ਕਹਿੰਦਾ ਕਿ ਸਿਫਾਰਿਸ਼ਾਂ ਨਹੀਂ ਆਉਂਦੀਆਂ, ਸਿਫਾਰਿਸ਼ਾਂ ਆਉਂਦੀਆਂ ਹੋਣਗੀਆਂ, ਉਹਨਾਂ ਨੂੰ ਮੈਨੇਜ ਵੀ ਹੁੰਦਾ, ਪਰ ਵਿਦਿਨ ਇੱਕ ਲਿਮਿਟਸ ਹੁੰਦੀ ਆ। ਉਹ ਕਿਹੜਾ ਵਾਈਸ ਚਾਂਸਲਰ ਕਿਹੜੇ ਕੇਸ ਵਿੱਚ ਕਿੰਨੀ ਲਿਮਿਟ ਕ੍ਰਾਸ ਕਰ ਜਾਂਦਾ ਇਹਦੇ ਬਾਰੇ ਤਾਂ ਉਹ ਜਾਣਦਾ ਕਿ ਉਹ ਕੋਈ ਫੈਸਲਾ ਉਹਨੇ ਵਿਸ਼ੇਸ਼ ਫੈਸਲਾ ਕਿਉਂ ਕੀਤਾ। ਤਾਂ ਮੇਰਾ ਖਿਆਲ ਆ ਕਿ ਇਹ ਗੱਲ ਥੋੜ੍ਹੀ ਜਿਹੀ ਕਹਿਣੀ ਔਖੀ ਆ ਕਿ ਇਹ ਬੰਦਾ ਜਿਹੜਾ ਸਿਫਾਰਸ਼ੀ ਹੈ ਤੇ ਆਹ ਬੰਦਾ ਨਹੀਂ ਸਿਫਾਰਸ਼ੀ। ਹੁਣ ਮੈਂ ਨੌਕਰੀ ਦੀ ਗੱਲ ਕਰ ਰਿਹਾ ਨੌਜਵਾਨਾਂ ਦੀ। ਇੱਕ ਨੌਜਵਾਨ PhD ਕਰਦਾ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਪੰਜਾਬੀ ਯੂਨੀਵਰਸਿਟੀ 'ਚ 35-40 ਹਜ਼ਾਰ ਦੇ ਆਸ-ਪਾਸ ਜਾਂ ਉਸ ਤੋਂ ਵੱਧ ਪੈਸੇ ਲੱਗਦੇ ਨੇ। ਜਦੋਂ ਪਾਸ ਆਊਟ ਹੋ ਜਾਂਦਾ, ਉਸ ਤੋਂ ਜਾਂ ਰਿਸਰਚ ਦੀ ਗੱਲ ਕਰ ਲਈਏ, ਰਿਸਰਚ ਵੀ ਇੱਥੇ ਕੋਈ ਵਿਅਕਤੀ ਕਰਦੇ ਨੇ, ਪਾਸ ਆਊਟ ਹੋ ਜਾਂਦੇ ਨੇ, ਉਸੇ ਵਿਅਕਤੀ ਨੂੰ ਬਾਹਰ 10-10 ਹਜ਼ਾਰ ਤੇ ਨੌਕਰੀ ਮਿਲਦੀ ਹੈ। ਤਾਂ ਲੱਗਦਾ ਇਹ ਵੀ ਤਰਾਸਦੀ ਇੱਕ? ਦੇਖੋ, ਜਿਹੜੀ ਸਭ ਤੋਂ ਮਾੜੀ ਗੱਲ ਹੈ ਨਾ ਤਰਾਸਦੀ, ਉਹ ਇਸ ਗੱਲ ਦੀ ਹੈਗੀ ਆ ਕਿ ਜਿਹੜਾ ਬੰਦਾ ਯੂਨੀਵਰਸਿਟੀ ਦੇ ਵਿੱਚ ਨੈਸ਼ਨਲ ਟੈਸਟ ਪਾਸ ਕਰਦਾ, ਨੈਟ JRF ਕਲੀਅਰ ਕਰਦਾ, ਜੂਨੀਅਰ ਰਿਸਰਚ ਫੈਲੋ ਦਾ ਟੈਸਟ, ਉਹਨੂੰ ਇਸ ਵੇਲੇ ਜਿਸ ਸਮੇਂ ਉਹ SRF ਬਣਿਆ ਹੁੰਦਾ ਉਹਨੂੰ 35 ਤੋਂ 40 ਹਜ਼ਾਰ ਰੁਪਈਆ ਮਿਲਦਾ। 35 ਤੋਂ 40 ਹਜ਼ਾਰ ਰੁਪਈਆ ਉਹਨੂੰ ਮਿਲਦਾ ਸਿਰਫ ਖੋਜ ਕਰਨ ਦਾ। ਉਹ PhD ਕਰ ਲੈਂਦਾ। ਜਿਹੜਾ ਜਦੋਂ PhD ਕਰਕੇ ਉਹ ਬਾਹਰ ਜਾਂਦਾ ਤਾਂ ਇਸ ਵੇਲੇ ਉਹਨੂੰ ਕੋਈ 10 ਤੋਂ ਲੈ ਕੇ 20 ਹਜ਼ਾਰ ਤੱਕ ਦੀ ਨੌਕਰੀ ਮਿਲਦੀ ਹੈ। ਜਿਹੜਾ ਕੋਈ ਕਾਲਜ ਇਹ ਦਾਅਵਾ ਕਰਦਾ ਹੈ ਜਾਂ ਈਵਨ ਸਰਕਾਰ ਵੀ ਜਦੋਂ ਇਹ ਦਾਅਵਾ ਕਰਦੀ ਹੈ ਕਿ ਅਸੀਂ ਤਾਂ ਇਹ ਵਿਅਕਤੀ ਫੁੱਲ ਗ੍ਰੇਡ 'ਤੇ ਰੱਖਿਆ, ਉਹ ਵੀ 3 ਸਾਲ 21,000 ਰੁਪਏ 'ਤੇ ਰੱਖਿਆ। ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ 40,000 ਲੈਂਦਾ ਉਹ ਜਦੋਂ 21,000 'ਤੇ ਜਾਂਦਾ ਹੈ ਤੇ ਉਹ ਲਾਈਫ ਦੀ ਏਜ ਕੀ ਹੁੰਦੀ ਹੈ ਕਿ ਇਹ ਜਿਹੜਾ ਬੰਦਾ ਗ੍ਰੈਜੂਏਟ ਆ ਉਹ ਤਾਂ 22-23 ਸਾਲ ਦਾ ਹੁੰਦਾ। ਜਿਹੜਾ ਬੰਦਾ ਇਹ ਪੋਸਟ ਗ੍ਰੈਜੂਏਸ਼ਨ ਕਰਕੇ PhD ਕਰਕੇ ਬਾਹਰ ਨਿਕਲਦਾ ਉਹ 28 ਤੋਂ 32 ਸਾਲ ਦੀ ਬ੍ਰੈਕਟ 'ਚ ਹੁੰਦਾ। ਤੇ ਜਦੋਂ ਉਹਨੇ ਵਿਆਹ ਕਰਵਾ ਲਿਆ ਉਹਦਾ ਬੱਚੇ ਹੋ ਜਾਂਦੇ ਆ ਤੇ ਹਾਲਤ ਇਹ ਹੋ ਜਾਂਦੀ ਆ ਕਿ ਉਹਨੂੰ ਇਹ ਨਹੀਂ ਸਮਝ ਲੱਗਦੀ ਕਿ ਮੈਂ ਪਰਿਵਾਰ ਵਧਾਵਾਂ ਜਾਂ ਨਾ ਵਧਾਵਾਂ, ਮੈਂ ਕਿੱਥੇ ਨੌਕਰੀ ਕਰਾਂ, ਵਾਈਫ ਕਿੱਥੇ ਹੋਊਗੀ। ਉਹਦੀ ਹਾਲਤ ਬਹੁਤ ਹੀ ਤਰਸਯੋਗ ਹੈਗੀ ਆ। ਤੇ ਇਹ ਤਰਸਯੋਗ ਜਿਹੜੀ ਹਾਲਤ ਆ ਸਿੱਟੇ ਵਜੋਂ ਉਹ ਨਾ ਪੜ੍ਹਾ ਸਕਦਾ ਚੰਗੀ ਤਰ੍ਹਾਂ, ਨਾ ਰਿਸਰਚ ਕਰ ਸਕਦਾ, ਨਾ ਹੀ ਆਪਦੀ ਚੰਗੀ ਜ਼ਿੰਦਗੀ ਜੀ ਸਕਦਾ। ਨਿਸ਼ਚੈ ਹੀ ਨਿਰਾਸ਼ਾ ਦਾ ਆਲਮ ਆ
ਉਹਦੇ ਵਿੱਚੋਂ ਹੀ ਬੰਦੇ ਇਹ ਸੋਚਦੇ ਆ, ਕੋਈ ਸੋਚਦਾ ਕਿ ਬਾਹਰ ਚਲੇ ਜਾਈਏ, ਕੋਈ ਸੋਚਦਾ ਕਿ ਪੜ੍ਹਨ ਦਾ ਕੀ ਫਾਇਦਾ ਹੈ, ਕੋਈ ਸੋਚਦਾ ਹੈਗਾ ਕਿ ਚੰਗੀ ਖੋਜ ਦਾ ਕੀ ਫਾਇਦਾ ਹੈ, ਜਿਹਨੂੰ ਕਹਿ ਸਕਦੇ ਹਾਂ ਕਿ ਮਾਲ ਪ੍ਰੈਕਟਿਸ ਵੱਲ ਲੋਕ ਰੁਚਿਤ ਹੁੰਦੇ ਆ। ਤੇ ਇਸ ਡਿਪਰੈਸ਼ਨ ਚੋਂ ਹੀ, ਇਸ ਉਦਾਸੀ ਚੋਂ ਹੀ ਫਿਰ ਉਹ ਨਸ਼ਿਆਂ ਵੱਲ ਜਾਂਦੇ ਆ, ਜਾਂ ਫਿਰ ਇਸ ਡਿਪਰੈਸ਼ਨ ਚੋਂ ਹੀ ਉਹ ਗੈਂਗਸਟਰ ਬਣਦੇ ਆ। ਤਾਂ ਇਹ ਜਿਹੜਾ ਹੈਗਾ PhD ਕਰਨ ਵਾਲਾ ਗੈਂਗਸਟਰ ਵੀ ਬਣ ਸਕਦਾ। ਬਿਲਕੁਲ, ਮੈਨੂੰ ਤਾਂ ਇਹ ਲੱਗੀ ਜਾਂਦਾ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਹੈਕਰ ਨੇ, ਜਿਨ੍ਹਾਂ ਨੂੰ ਐਥੀਕਲ ਹੈਕਰ ਕਹਿੰਦੇ, ਐਥੀਕਲ ਹੈਕਰ ਕੀ ਹੋਇਆ ਜਦੋਂ ਹੈਕਰ ਹੀ ਹੋ ਗਿਆ? ਹੈ ਕੌਣ? ਕਿ ਜਿਹੜੇ ਬੰਦਿਆਂ ਨੂੰ ਮੈਂ ਕਿ ਕੰਪਿਊਟਰ ਦੇ ਮਾਹਰ ਹੋ ਗਏ, ਕੰਪਿਊਟਰ ਵਾਲਿਆਂ ਨੇ ਉਹਨਾਂ ਨੂੰ ਮਾਹਰ ਬਣਾ ਲਿਆ ਪਰ ਨੌਕਰੀਆਂ ਨਹੀਂ ਦਿੱਤੀਆਂ, ਤੇ ਫਿਰ ਉਹ ਕੀ ਕਰਦੇ ਆ ਕਿ ਕਦੇ ਕਿਸੇ ਦੀ ਸਾਈਟ ਹਾਈਕ ਕਰ ਲਈ, ਕਦੇ ਕਿਸੇ ਦੀ ਸਾਈਟ ਹਾਈਕ ਕਰ ਲਈ, ਇੰਨੇ ਪੈਸੇ ਦੇ ਦਿਓ ਤੁਹਾਡੀ ਸਾਈਟ ਛੱਡ ਦਿੰਦੇ ਆ, ਨਹੀਂ ਅਸੀਂ ਨਹੀਂ ਛੱਡਾਂਗੇ। ਤੇ ਉਹ ਬਦਮਾਸ਼ੀ ਆ, ਗੈਂਗਸਟਰ ਹੀ ਆ, ਪੜ੍ਹੇ ਲਿਖੇ ਗੈਂਗਸਟਰ ਆ। ਜੇ ਤੁਸੀਂ ਉਹਨਾਂ ਨੂੰ ਸਹੀ ਨੌਕਰੀ ਨਾ ਦਿਓਗੇ ਤਾਂ ਫਿਰ ਉਹ ਇਹੋ ਜਿਹੇ ਕੰਮ ਕਰਨਗੇ। ਇਹ ਸਮੱਸਿਆ ਅੱਛਾ, ਨੌਕਰੀ ਸਮੱਸਿਆ ਕਿੱਥੇ ਆ ਜਾਂਦੀ ਜਦੋਂ ਇੰਨਾ ਪੈਸਾ ਲਗਾ ਕੇ ਡਿਗਰੀਆਂ ਲੈਣੀਆਂ ਨੇ? ਹੁਣ ਮੈਂ ਇੱਕ ਡਿਗਰੀ ਦੀ ਨਹੀਂ, ਹੋਰ ਵੀ ਡਿਗਰੀਆਂ ਹੁੰਦੀਆਂ ਨੇ ਪੰਜਾਬ ਯੂਨੀਵਰਸਿਟੀ ਵਿੱਚ, ਨੌਕਰੀਆਂ ਨਹੀਂ ਮਿਲਣੀਆਂ। ਲੱਖ 50-50 ਲੱਖ ਡਿਗਰੀਆਂ ਕਰਨ ਤੋਂ ਬਾਅਦ ਜੇ 20,000 ਤੇ ਹੀ ਨੌਕਰੀ ਕਰਨੀ, ਫਿਰ ਡਿਗਰੀ ਦਾ ਫਾਇਦਾ ਕੀ ਹੈ? ਅਸਲ ਦੇ ਵਿੱਚ ਤਾਂ ਇਹ ਕਿ ਜਿਹੜੀ ਸਾਡੀ ਆਟੋਮੇਸ਼ਨ ਹੋ ਰਹੀ ਆ ਵੱਡੀ ਪੱਧਰ 'ਤੇ, ਜਿਹਨੂੰ ਕਹਿ ਸਕਦੇ ਮਸ਼ੀਨੀਕਰਨ ਹੋ ਰਿਹਾ, ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਨੌਕਰੀਆਂ ਹੋਰ ਵੀ ਘਟਣੀਆਂ। ਦੂਸਰੇ ਪਾਸੇ ਇਹ ਕਿ ਜਿਹੜੇ ਕਾਰਪੋਰੇਟ ਜਗਤ ਆ, ਉਹਦਾ ਮੰਤਵ ਕਿਸੇ ਨੂੰ ਨੌਕਰੀ ਦੇਣਾ ਨਹੀਂ, ਉਹਦਾ ਮੰਤਵ ਤਾਂ ਆਪਦਾ ਮੁਨਾਫਾ ਖੱਟਣਾ। ਤੇ ਮੁਨਾਫਾ ਖੱਟਣ ਦੇ ਲਈ ਜ਼ਰੂਰੀ ਆ ਕਿ ਘੱਟ ਤੋਂ ਘੱਟ ਬੰਦੇ ਰੱਖੇ ਜਾਣ ਤੇ ਵੱਧ ਤੋਂ ਵੱਧ ਉਹਨਾਂ ਤੋਂ ਕੰਮ ਲਿਆ ਜਾਵੇ। ਘੱਟ ਤੋਂ ਘੱਟ ਬੰਦੇ ਰੱਖੇ ਜਾਣ, ਵੱਧ ਤੋਂ ਵੱਧ ਕੰਮ ਲਿਆ ਜਾਵੇ। ਸਿੱਟੇ ਵਜੋਂ ਮੈਂ ਕਿ ਨੌਕਰੀਆਂ ਆਉਣ ਵਾਲੇ ਸਮੇਂ ਹੋਰ ਘਟਣਗੀਆਂ। ਪਰ ਇਉਂ ਇਸ ਕਰਕੇ ਨਹੀਂ ਅਸੀਂ ਪੜ੍ਹਾਉਂਦੇ ਗਏ ਕਿ ਹਰੇਕ ਬੰਦੇ ਨੂੰ ਨੌਕਰੀ ਮਿਲੇ। ਅਸੀਂ ਇਸ ਕਰਕੇ ਪੜ੍ਹਾਉਣੇ ਆ ਕਿ ਸਮੇਂ ਦੀਆਂ, ਸਮਾਜ ਦੀਆਂ, ਦੁਨੀਆ ਦੀਆਂ ਜਿਹੜੀਆਂ ਬਹੁਤ ਵੱਡੀਆਂ ਗੰਭੀਰ ਆਉਣ ਵਾਲੀਆਂ ਸਮੱਸਿਆਵਾਂ, ਉਹਨਾਂ ਨੂੰ ਹੱਲ ਕਿਵੇਂ ਕੀਤਾ ਜਾਵੇ। ਉਹਨਾਂ ਦੇ ਹੱਲ ਲਈ ਉਹਨਾਂ ਬੰਦਿਆਂ ਨੇ ਸੋਚਣਾ ਹੁੰਦਾ, ਜਿਹੜੇ ਰਿਸਰਚਰ ਹੁੰਦੇ ਆ। ਉਹਨਾਂ ਨੇ ਮੰਨ ਲਓ ਹੁਣ ਅੱਜ ਕੋਵਿਡ ਆਇਆ ਹੋਇਆ, ਤੇ ਜਿਹੜਾ ਬੰਦਾ ਇਹਦੇ ਹੱਲ ਲੱਭੂਗਾ ਕਿ ਕਿਹੜਾ ਸੀਰਮ ਚੰਗਾ ਹੈਗਾ, ਕਿਹੜੀ ਵੈਕਸੀਨੇਸ਼ਨ ਚੰਗੀ ਆ, ਤੁਹਾਡਾ ਹੀ ਖਿਆਲ ਆ ਕਿ ਇੱਕ ਦਿਨ 'ਚ ਅਚਾਨਕ ਸਿੱਖਣਾ ਸ਼ੁਰੂ ਕਰ ਦੂਗਾ? ਉਹਦੀ ਇੱਕ ਪੂਰੀ ਟ੍ਰੇਨਿੰਗ ਹੁੰਦੀ ਆ। ਉਸ ਟ੍ਰੇਨਿੰਗ ਦਾ ਮੰਤਵ ਇਹ ਨਹੀਂ ਹੁੰਦਾ ਕੋਈ ਪੈਸਾ ਕਿੰਨਾ ਕਮਾ ਰਿਹਾ ਜਾਂ ਸਰਕਾਰ ਨੇ ਉਹ 'ਤੇ ਪੈਸਾ ਕਿੰਨਾ ਖਰਚ ਕਰਤਾ। ਹੁੰਦਾ ਇਹ ਹੈ ਕਿ ਉਹਦੀ ਬੰਦੇ ਦੀ ਟ੍ਰੇਨਿੰਗ ਹੋਈ ਵੀ ਹੈ, ਕੋਈ ਨਵੀਆਂ ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਦਾ ਤੁਰੰਤ ਹੱਲ ਕਰ ਸਕੇ। ਇਹਦੇ ਲਈ ਰਿਸਰਚ ਕਰਾਈ ਜਾਂਦੀ ਹੈ। ਅਸੀਂ ਇਹ ਸਮਝਦੇ ਹਾਂ ਕਿ ਇਹਨੇ ਕਮਾ ਕੇ ਕੀ ਦਿੱਤਾ। ਤੇ ਮੈਂ ਪਹਿਲਾਂ ਵੀ ਕਹਿ ਹਟਿਆ ਕਿ ਉਹ ਕਮਾਉਣ ਨੂੰ ਤਾਂ ਫਿਰ ਫੌਜ ਵੀ ਕੁਝ ਨਹੀਂ ਕਮਾਉਂਦੀ, ਪੁਲਿਸ ਵੀ ਕੁਝ ਨਹੀਂ ਕਮਾਉਂਦੀ ਗੀ, ਉਹ ਵੱਖਰੀ ਗੱਲ ਆ ਕਿ ਹੋਰ ਢੰਗ ਨਾਲ ਕਮਾਉਂਦੀ ਆ, ਪਰ ਉਹ ਕਮਾਈ ਨਹੀਂ। ਤੇ ਇਉਂ ਤਾਂ ਕਮਾ ਕੇ ਤਾਂ ਫਿਰ ਸਾਨੂੰ ਜੱਜ ਵੀ ਕੋਈ ਨਹੀਂ ਦਿੰਦੇਗੇ, ਪਰ ਸਾਨੂੰ ਨਿਆਂ ਦਿੰਦੇ ਆ, ਸੁਰੱਖਿਆ ਦਿੰਦੇ ਆ, ਸ਼ਾਂਤੀ ਦਿੰਦੇ ਆ। ਇਸ ਕਰਕੇ ਇਹ ਜਿਹੜੇ ਨਾਗਰਿਕ ਚੰਗੇ ਬਣਾਉਣੇ ਆ, ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਮ। ਅੱਛਾ, ਇੱਕ ਹੋਰ ਬੜੀ ਚਰਚਾ ਚੱਲੀ ਹੋਈ ਨਵੀਂ ਸਿੱਖਿਆ ਨੀਤੀ ਆਈ ਹੈ ਕੇਂਦਰ ਸਰਕਾਰ ਵੱਲੋਂ। ਕਿਹਾ ਇਹ ਵੀ ਜਾਂਦਾ, ਤੁਸੀਂ ਸਪਸ਼ਟ ਕਰ ਦਿਓ ਕਿਉਂਕਿ ਕਾਫੀ ਲੋਕ ਤੁਹਾਨੂੰ ਸੁਣਦੇ ਪਏ ਨੇ, ਕਿਹਾ ਇਹ ਵੀ ਜਾਂਦਾ ਕਿ ਜੋ ਪੰਜਾਬ ਜਾਂ ਬਾਕੀ ਜਗ੍ਹਾ ਤੇ ਵੀ ਗੱਲ ਕਰ ਲਈਏ ਪੂਰੇ ਭਾਰਤ ਦੀ, ਪਰ ਪੰਜਾਬ ਦੀ ਗੱਲ ਕਰਨੇ ਆ ਵੀ ਪੰਜਾਬ ਦੇ ਵਿੱਚ ਜੇ ਨਵੀਂ ਸਿੱਖਿਆ ਪ੍ਰਣਾਲੀ ਆਉਂਦੀ ਹੈ ਤਾਂ ਉਸ ਦੇ ਤਹਿਤ ਜਿਹੜੀ ਪੇਂਡੂ ਖੇਤਰ ਦੇ ਕਾਲਜ ਨੇ ਪੰਜਾਬ ਦੇ, ਜਿਹੜੇ ਪਿੰਡ ਦੇ ਲੋਕ ਜਾਂਦੇ ਨੇ, ਉਹ ਬੰਦ ਹੋ ਜਾਣਗੇ। ਇਹ ਗੱਲ ਸਹੀ ਹੈ? ਜਿਹੜੀ ਨਵੀਂ ਸਿੱਖਿਆ ਨੀਤੀ ਆ ਨਾ, ਉਹਦੇ ਵਿੱਚ ਦੋ ਗੱਲਾਂ ਨੇ। ਇੱਕ ਪਾਸੇ ਤਾਂ ਇਹ ਕਿਹਾ ਗਿਆ ਕਿ ਹਰ ਇੱਕ ਦੀ ਪਹੁੰਚ 'ਚ ਸਿੱਖਿਆ ਕਰਾਂਗੇ, ਅਸੀਂ ਵਧੇਰੇ ਕਾਲਜ ਖੋਲਾਂਗੇ, ਅਸੀਂ ਕਾਲਜਾਂ ਨੂੰ ਵਧੇਰੇ ਛੋਟਾਂ ਦੇ ਦਾਂਗੇ, ਕਾਲਜ ਆ ਜਿਹੜੇ ਉਹ ਸੈਲਫ ਫਾਈਨਾਂਸ ਵੀ ਹੋਣਗੇ, ਸੈਲਫ ਗਵਰਨਡ ਵੀ ਹੋਣਗੇ, ਉਹਨਾਂ ਨੂੰ ਵਧੇਰੇ ਆਜ਼ਾਦੀ ਹੋਊਗੀ। ਇਹ ਗੱਲਾਂ ਵੀ ਲਿਖੀਆਂ, 450 ਪੇਜ ਤੋਂ ਉੱਪਰ ਦੀ ਆ ਉਹ ਰਿਪੋਰਟ। ਦੂਜੇ ਪਾਸੇ ਉਹਦੇ 'ਚ ਇਹ ਗੱਲ ਲਿਖੀ ਵੀ ਹੈ ਕਿ ਕੋਈ ਕਾਲਜ ਆ ਜਿਹੜਾ ਉਹ 4000 ਤੋਂ ਘੱਟ ਚੱਲੂਗਾ ਹੀ ਨਹੀਂ। ਉਹ 4000 ਉਹਦੀ ਮਿਨੀਮਮ ਸਟਰੈਂਥ ਚਾਹੀਦੀ ਹੈ। ਇਹ ਕਾਲਜ ਜੇ ਹੋਊਗਾ ਤਾਂ ਉਹਦੀ 3000 ਸਟਰੈਂਥ ਚਾਹੀਦੀ ਹੈ। ਸਾਡੇ ਤਾਂ ਇਹੋ ਜਿਹੇ ਵੀ ਕਾਲਜ ਹੈਗੇ ਆ ਜਿਹਦੇ ਵਿੱਚ ਕਿਸੇ 'ਚ 250 ਬੱਚਾ ਹੈ, ਕਿਸੇ 'ਚ 300 ਬੱਚਾ ਹੈ, ਕਿਸੇ 'ਚ 1000 ਬੱਚਾ। ਬੰਦ ਹੋਣਗੇ ਫਿਰ ਤਾਂ ਸਾਰੇ? ਬੰਦ ਹੋਣਗੇ, ਨਿਸ਼ਚੈ ਹੀ ਬੰਦ ਹੋਣਗੇ। ਇਹ ਗੱਲ ਸੱਚੀ ਹੈ ਕਿ ਬੰਦ ਹੋਣਗੇ। ਉਹ ਸਿੱਖਿਆ ਵੱਲ ਵਾਂਝਾ ਕਰਦੇ। ਉਹਦਾ ਕਾਰਨ ਇਹ ਕਿ ਜਿਹੜੀਆਂ ਸਾਡਾ ਕੰਸੈਪਟ ਹੈਗਾ ਕਿ ਡੋਰ ਸਟੈਪ 'ਤੇ ਜਾ ਕੇ ਐਜੂਕੇਸ਼ਨ ਦਿੱਤੀ ਜਾਵੇ। ਬਹੁਤ ਪੰਜਾਬ ਬਦਲ ਗਿਆ, ਪਰ ਇਸ ਦੇ ਬਾਵਜੂਦ ਹਜੇ ਵੀ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਘਰ ਨੇ, ਚਾਹੇ ਉਹ ਦਲਿਤਾਂ ਦੇ ਨੇ ਚਾਹੇ ਗੈਰ ਦਲਿਤਾਂ ਦੇ ਆ, ਬੱਚੇ ਨੂੰ ਉਹ ਦੂਰ ਭੇਜ ਹੀ ਨਹੀਂ ਸਕਦੇ। ਇੱਕ ਸਾਈਕਿਕ ਬੰਧਨ ਵੀ ਆ ਕਿ ਬੱਚਾ ਸ਼ਹਿਰ ਜਾਊਗਾ ਵਿਗੜ ਜਾਊਗਾ, ਉੱਥੇ ਕੀ ਹੋਊਗਾ, ਇੱਕ ਬੰਧਨ। ਦੂਜਾ ਬੰਧਨ ਕਿ ਜੇ ਕਾਲਜ ਨੇੜੇ ਆ, ਇੱਕ 15 ਮਿੰਟਾਂ 'ਚ ਚਲਿਆ ਗਿਆ ਵਾਪਸ ਆ ਗਿਆ, ਬਾਕੀ ਸਮਾਂ ਉਹ ਘਰ ਦਾ ਕੰਮ ਕਰ ਲੂਗਾ। ਬਹੁਤ ਸਾਰੇ ਬੰਦੇ ਘਰਾਂ ਦੇ ਵਿੱਚ ਕੋਈ ਨਿੱਕੇ ਮੋਟੇ ਕੰਮ ਕਰਦੇ ਆ। ਜੇ ਉਹ ਬੱਸ 'ਤੇ ਚੜ੍ਹ ਕੇ 3 ਘੰਟੇ 2 ਘੰਟੇ ਲਾ ਕੇ ਪਟਿਆਲੇ ਜਾਊਗਾ ਤਾਂ ਵਾਪਸ ਆਊਗਾ, ਉਹਦਾ ਸਮਾਂ ਘੱਟ ਜਾਊਗਾ। ਫਿਰ ਜੇ ਉਹ ਬਾਹਰ ਰਹਿ ਕੇ ਸਿੱਖਿਆ ਲਊਗਾ ਤਾਂ ਉੱਥੇ ਪੀਜੀ ਦੇ ਖਰਚਾ ਆਊਗਾ। ਇਸ ਕਾਰਨਾਂ ਕਰਕੇ ਇਹ ਸੀਗਾ ਕਿ ਡੋਰ ਸਟੈਪ 'ਤੇ ਜਾ ਕੇ ਅਸੀਂ ਉਹਨਾਂ ਨੂੰ ਦੇਣੀ ਹੈਗੀ ਆ, ਉਹਨਾਂ ਦੇ ਘਰ ਦੇ ਨੇੜੇ ਜਾ ਕੇ ਸਿੱਖਿਆ ਦੇਣੀ ਹੈ। ਉਹ ਸਾਰੇ ਕਾਲਜ ਬੰਦ ਹੋ ਜਾਣਗੇ। ਇਹ ਬਿਲਕੁਲ ਹੀ ਮੈਂ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਆ
ਇਹ ਸਾਰੀ ਦੀ ਸਾਰੀ ਇਹਦੇ ਵਿੱਚ ਵੱਡੀ ਜਿਹੜੀ ਹੈਗੀ ਆ ਕਿ ਸਿੱਖਿਆ ਨੀਤੀ ਬਣਾਈ ਸ਼ਾਇਦ ਕਈ ਬੰਦਿਆਂ ਨੇ, ਹਰ ਇੱਕ ਨੇ ਆਪਣੇ ਵਿਚਾਰ ਦਿੱਤੇ, ਉਹਦੇ ਵਿੱਚ ਆਪਾ ਵਿਰੋਧ ਬਹੁਤ ਹੈ ਕਿ ਇੱਕ ਪਾਸੇ ਤਾਂ ਕਿਹਾ ਗਿਆ ਕਿ ਐਂ ਕਰ ਲਓ, ਦੂਜੇ ਪਾਸੇ ਕਿਹਾ ਗਿਆ ਕਿ ਸਿੱਖਿਆ ਅਸੀਂ ਸਸਤੀ ਦੇਣੀ ਹੈ, ਤੇ ਇਹ ਕਿਹਾ ਗਿਆ ਕਿ ਪ੍ਰਾਈਵੇਟ ਪਲੇਅਰ ਅੱਗੇ ਆਉਣ, ਤੇ ਪ੍ਰਾਈਵੇਟ ਪਲੇਅਰ ਆ ਜਿਹੜੇ ਸਿੱਖਿਆ ਸਸਤੀ ਜਾਂ ਮੁਫਤ ਕਿਉਂ ਦੇਣਗੇ? ਕਹਿੰਦੇ ਜੀ ਮੁਫਤ ਦੇਣੀ ਨਹੀਂ ਕਿਸੇ ਨੇ ਮੁਫਤ। ਅਸੀਂ ਉਹੀ ਐਜੂਕੇਸ਼ਨ ਇੰਸਟੀਚਿਊਟਸ ਨੂੰ ਰਜਿਸਟਰਡ ਕਰਾਂਗੇ ਜਿਹੜੀ ਨੋ ਪ੍ਰੋਫਿਟ ਨੋ ਲਾਸ ਤੇ ਚੱਲੂਗੀ। ਪ੍ਰਾਈਵੇਟ ਪਲੇਅਰ ਕਿਹੜਾ ਆ ਜਾਊਗਾ ਨੋ ਪ੍ਰੋਫਿਟ ਨੋ ਲਾਸ ਤੇ? ਇਹ ਤਾਂ ਆਪਾ ਵਿਰੋਧਾਂ ਨਾਲ ਭਰੀ ਹੋਈ ਆ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ। ਇਸ ਇੱਕ ਪਾਲਿਸੀ ਵਿੱਚ ਹੋਰ ਵੀ ਜ਼ਿਕਰ ਆਉਂਦਾ ਹੈ ਜੋ ਕੇਂਦਰ ਸਰਕਾਰ ਲੈ ਕੇ ਆਈ ਹੈ ਕਿ ਸੰਸਕ੍ਰਿਤ ਨੂੰ ਪੂਰੇ ਭਾਰਤ ਵਿੱਚ ਜ਼ਿਆਦਾ ਪ੍ਰਫੁੱਲਿਤ ਕੀਤਾ ਜਾਊਗਾ, ਸੰਸਕ੍ਰਿਤ ਭਾਸ਼ਾ ਨੂੰ ਜ਼ਿਆਦਾ ਪੜ੍ਹਾਇਆ ਜਾਊਗਾ ਤੇ ਸੂਬੇ ਦੀ ਅਲੱਗ-ਅਲੱਗ ਭਾਸ਼ਾਵਾਂ ਜਿਹੜੀਆਂ ਹੈਗੀਆਂ ਨੇ ਉਸ ਨੂੰ ਮਾਰ ਦਿੱਤਾ ਜਾਊਗਾ। ਇਹ ਗੱਲ ਸਹੀ ਹੈ ਇਹਦੇ ਵਿੱਚ? ਨਹੀਂ, ਕਾਰਨ ਇਹ ਆ ਕਿ ਇੱਕ ਹੁੰਦੀ ਆ ਗੱਲ ਲਿਖਣ ਦੀ ਪੱਧਰ ਤੇ, ਇੱਕ ਹੁੰਦੀ ਆ ਗੱਲ ਕਰਨ ਦੀ ਪੱਧਰ ਤੇ। ਜਿੱਥੋਂ ਤੱਕ ਤਾਂ ਗੱਲ ਹੈਗੀ ਲਿਖਣ ਦੀ ਪੱਧਰ ਤੇ, ਉੱਥੇ ਇਹ ਕਿਹਾ ਗਿਆ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਪ੍ਰਫੁੱਲਿਤ ਕੀਤਾ ਜਾਊਗਾ। ਕਿਹਾ ਇਹ ਗਿਆ, ਇਹੋ ਜਿਹੀ ਗੱਲ ਨਹੀਂ ਲਿਖੀ ਗਈ ਉਹਦੇ 'ਚ, ਪਰ ਸੰਸਕ੍ਰਿਤ ਦੇ ਬਾਰੇ ਜ਼ਰੂਰ ਕੁਝ ਪੈਰੇ ਨੇ ਕਿ ਇਹਨੂੰ ਅਸੀਂ ਵਧੇਰੇ ਪ੍ਰਫੁੱਲਿਤ ਕਰਾਂਗੇ। ਸੰਸਕ੍ਰਿਤ ਪ੍ਰਫੁੱਲਿਤ ਕਿੰਨਾ ਮਰਜ਼ੀ ਪੈਸਾ ਲਾ ਦੇਣ, ਜਿੰਨਾ ਮਰਜ਼ੀ ਕਰੀ ਜਾਣ, ਉਹ ਹੋਣੀ ਨਹੀਂ ਕਿਉਂਕਿ ਉਹ ਡੈਡ ਲੈਂਗੁਏਜ ਆ, ਇਹ ਹੋਣਾ ਨਹੀਂ। ਪਰ ਜਿਹੜਾ ਇਹ ਕਿਹਾ ਗਿਆ ਹੈਗਾ ਕਿ ਦੂਜੀ ਸਿੱਖਿਆ ਦੇ ਵਿੱਚ ਜਿਹੜੇ ਅਸੀਂ ਉਹਨਾਂ ਨੂੰ ਵਧਾਵਾ ਦੇਵਾਂਗੇ, ਉਹ ਵੀ ਨਹੀਂ ਦੇਣਾਗਾ। ਉਹਦਾ ਕਾਰਨ ਆ ਨਾ ਦੇਣ ਦਾ ਕਿ ਜਿੰਨਾ ਚਿਰ ਤੁਸੀਂ ਪੂਰੀ ਦਾ ਪੂਰਾ ਪਲਾਨ ਨਹੀਂ ਬਣਾਉਂਦੇਗੇ, ਤੁਸੀਂ ਕਿਤਾਬਾਂ ਨਹੀਂ ਬਣਾਉਂਦੇਗੇ, ਤੁਸੀਂ ਨਵਾਂ ਸਿਲੇਬਸ ਨਹੀਂ ਬਣਾਉਂਦੇਗੇ, ਤੁਸੀਂ ਉਸ ਤਰ੍ਹਾਂ ਦੇ ਟਰਾਂਸਲੇਸ਼ਨ ਮਿਸ਼ਨ ਦੇ ਲਈ ਪੈਸਾ ਨਹੀਂ ਦਿੰਦੇਗੇ, ਇਹ ਸੰਭਵ ਨਹੀਂ ਹੋਣਾਗਾ। ਲੱਗਦਾ ਇਹ ਆ ਕਿ ਲਿਖਣ ਨੂੰ ਜੋ ਮਰਜ਼ੀ ਲਿਖੀ ਜਾਈਏ, ਜਿਹੜਾ ਕਿਹਾ ਜਾ ਸਕਦਾ ਕਿ ਪ੍ਰਬੰਧ ਚੱਲ ਰਿਹਾ ਹੈਗਾ ਉਹ ਇਸੇ ਰੂਪ 'ਚ ਹੀ ਰਹਿਣਾ, ਤੇ ਉਹਦੇ ਵਿੱਚ ਕੋਈ ਬਹੁਤਾ ਜਿਹੜੀਆਂ ਖੇਤਰੀ ਭਾਸ਼ਾਵਾਂ ਹੈ ਉਹਨਾਂ ਨੂੰ ਬਹੁਤਾ ਪ੍ਰੋਤਸਾਹਨ ਨਹੀਂ ਮਿਲਣਾ। ਜਿਹੜਾ ਸ਼ਬਦ ਪਾਇਆ ਜਾਂਦਾ ਹੈ ਕਿ ਅਸੀਂ ਜਿਹੜੀਆਂ ਸਥਾਨਕ ਲੈਂਗੁਏਜ ਹੈ ਜਾਂ ਇੰਡੀਅਨ ਲੈਂਗੁਏਜ ਹੈ ਇਹਨਾਂ ਨੂੰ ਵਧਾਵਾ ਦੇਵਾਂਗੇ, ਉਹਦਾ ਕਾਰਨ ਇਹ ਆ ਕਿ ਅਸਲ 'ਚ ਉਹ ਹਿੰਦੀ ਨੂੰ ਵਧਾਵਾ ਦੇਣਾ ਚਾਹੁੰਦੇ ਆ, ਪਰ ਇਉਂ ਲਿਖ ਨਹੀਂ ਸਕਦੇ। ਨਾ ਲਿਖਣ ਕਰਕੇ ਇੱਕ ਜਾਲ ਜਿਹਾ ਪਾਇਆ ਹੋਇਆ। ਮੈਂ ਇਹਨੂੰ ਇਉਂ ਸਮਝਦਾ ਕਿ ਲਿਖਣ ਦੇ ਵਿੱਚ ਤੇ ਪ੍ਰੈਕਟੀਕਲ ਦੇ ਵਿੱਚ ਇਹ ਫਰਕ ਹੁੰਦਾ, ਤੇ ਇਹ ਸਾਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਡਾਕੂਮੈਂਟ ਦੇ ਵਿੱਚ ਐਂ ਕਿਤੇ ਨਹੀਂ ਲਿਖਿਆ ਗਿਆ ਕਿ ਅਸੀਂ ਖੇਤਰੀ ਭਾਸ਼ਾਵਾਂ ਨੂੰ ਮਾਰਨਾ। ਤੇ ਸਾਰੀ ਗੱਲ ਬਸ ਸੁਣੀਏ, ਸਾਡੇ ਨਾਲ ਮੌਜੂਦ ਸਨ ਰਜਿੰਦਰ ਸਿੰਘ। ਇੰਟਰਵਿਊ ਕਰਨ ਦਾ ਮਕਸਦ ਇਹੀ ਸੀ ਕਿ ਅਲੱਗ-ਅਲੱਗ ਤਰੀਕੇ ਨਾਲ ਸਵਾਲ ਹੈਗੇ ਸੀ, ਚਾਹੇ ਸਿੱਖਿਆ ਵੱਲੋਂ ਜਿਹੜੀ ਨਵੀਂ ਨੀਤੀ ਆਈ ਹੈ ਕੇਂਦਰ ਸਰਕਾਰ ਦੀ, ਉਸ ਵਿੱਚ ਵੀ ਗੱਲ ਕਹੀ ਗਈ ਹੈ ਕਿ ਨਹੀਂ ਕਹੀ ਗਈ, ਤੁਸੀਂ ਸਾਰੀ ਗੱਲ ਸਪਸ਼ਟ ਸੁਣੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲੈ ਕੇ ਵੀ ਜਿਸ ਤਰੀਕੇ ਨਾਲ ਘਾਟੇ ਦੀ ਗੱਲ ਕਰ ਲਈਏ, ਜਿਹੜੀ ਆਪਾਂ ਪ੍ਰਾਈਵੇਟ ਯੂਨੀਵਰਸਿਟੀਆਂ ਹੈਗੀਆਂ ਨੇ ਉਹਨਾਂ ਨੂੰ ਲੱਗਦਾ ਪ੍ਰੋਫਿਟ ਹੋਇਆ, ਪਰ ਜੋ ਸਰਕਾਰੀ ਯੂਨੀਵਰਸਿਟੀ ਦੀ ਗੱਲ ਆਉਂਦੀ ਹੈ ਤਾਂ ਘਾਟੇ ਵਾਲੇ ਪਾਸੇ ਚਲੇ ਜਾਂਦੀਆਂ ਨੇ। ਚਰਚਾ ਵੀ ਬਣੀ ਹੋਈ ਸੀ ਕਿ ਵਾਕਈ ਯੂਨੀਵਰਸਿਟੀਆਂ ਦੇ ਵੀਸੀ ਦੇ ਉੱਤੇ ਪ੍ਰੈਸ਼ਰ ਹੁੰਦਾ ਜਾਂ ਸਟਾਫ ਨੂੰ ਰੱਖਣ ਦਾ ਪ੍ਰੈਸ਼ਰ ਹੁੰਦਾ। ਉਹ ਸਭ ਤੋਂ ਵੱਡੀ ਗੱਲ ਜਿਹੜੇ ਨੌਜਵਾਨ ਨੇ, ਜਿਹੜੇ PhD ਕਰਕੇ ਚਲੇ ਜਾਂਦੇ ਨੇ, ਜਿਹਨਾਂ ਡਿਗਰੀ ਹਾਸਲ ਕਰਕੇ ਚਲੇ ਜਾਂਦੇ ਨੇ, ਲੱਖਾਂ ਰੁਪਏ ਡਿਗਰੀ ਤੇ ਲਗਾ ਦਿੰਦੇ ਨੇ, ਪਰ ਨੌਕਰੀ ਕਰਦੇ ਨੇ 15 ਤੋਂ 20 ਹਜ਼ਾਰ ਰੁਪਏ ਦੀ ਜਾਂ 10,000 ਦੀ ਨੌਕਰੀ ਕਰਦੇ ਨੇ। ਕੀ ਇਹੀ ਕਾਬਲੀਅਤ ਦਰਸਾਉਂਦੀ ਹੈ ਪੰਜਾਬ ਦੇ ਵਿੱਚ ਵੀ ਪੜ੍ਹਿਆ ਲਿਖਿਆ ਵਿਅਕਤੀ ਵੀ 10 ਤੋਂ 15,000 ਰੁਪਏ ਜੋ ਹੈ ਉਹ ਨੌਕਰੀ ਤੇ ਲੱਗੇਗਾ? ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਦੂਜਿਆਂ ਤੱਕ ਵੀ ਜਾਣਕਾਰੀ ਪਹੁੰਚ ਸਕੇ।